ਸਤਨਾਮ ਸ਼੍ਰੀ ਵਾਹਿਗੁਰੂ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ। ਨਾਨਕ ਹੋਸੀ ਭੀ ਸੱਚ। ਵਾਹਿਗੁਰੂ ਸਾਹਿਬ ਜੀਓ। ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਸਰੂਪ ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੇ ਪਾਵਨ ਹਜ਼ੂਰੀ ਦੇ ਵਿੱਚ ਪਹੁੰਚ ਕਰਕੇ ਹਾਜ਼ਰੀਆਂ ਲਗਾਓ। ਗੁਰਬਾਣੀ ਪੜ੍ਹੋ, ਗੁਰਬਾਣੀ ਸੁਣੋ, ਸੇਵਾ ਸਿਮਰਨ ਕਰੋ। ਆਓ ਮਨੁੱਖਾਂ ਜੀਵਨ ਦੇ ਲਾਹੇ ਪ੍ਰਤੀ ਯਤਨ ਕਰੀਏ। ਸਾਹਿਬੇ ਕਮਾਲ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੇ ਪਾਵਨ ਇਤਿਹਾਸ ਦੀਆਂ ਵਿਚਾਰਾਂ ਕਰ ਰਹੇ ਹਾਂ। ਸਤਪੋਹ ਤੋਂ ਲੈ ਕਰਕੇ ਲੜੀਵਾਰ ਜੋ ਸਤਿਗੁਰੂ ਨੇ ਆਪਣਾ ਸਾਰਾ ਸਰਬੰਸ ਪਰਿਵਾਰ ਇੱਕ ਹਫ਼ਤੇ ਦੇ ਅੰਦਰ ਵਾਰਨਾ ਕੀਤਾ ਹੈ। ਵੱਡੇ ਸਾਹਿਬਜ਼ਾਦੇ ਚਮਕੌਰ ਦੀ ਗੜੀ ਦੇ ਅੰਦਰ ਤੇ ਛੋਟੇ ਸਾਹਿਬਜ਼ਾਦਿਆਂ ਦਾ ਲੜੀਵਾਰ ਇਤਿਹਾਸ ਆਪਣਾ ਚੱਲ ਰਿਹਾ ਹੈ। ਜੋ ਗੰਗੂ ਨੇ ਬੇਈਮਾਨੀ ਕੀਤੀ ਹੈ, ਲਾਲਚ ਦੇ ਵਿੱਚ ਆ ਕੇ ਸਾਹਿਬਜ਼ਾਦਿਆਂ ਨੂੰ ਫੜਾਉਣਾ ਕੀਤਾ ਹੈ। ਪਹਿਲੇ ਦਿਨ ਦੀ ਕਚਹਿਰੀ ਦੇ ਵਿੱਚ ਜੋ ਪੇਸ਼ੀ ਹੋਈ ਬੱਚਿਆਂ ਦੀ, ਬੜੇ ਯਤਨ ਕੀਤੇ ਗਏ। ਬੱਚਿਆਂ ਨੂੰ ਕਿਸੇ ਪ੍ਰਕਾਰ ਦਾ ਲਾਲਚ ਦੇ ਕੇ, ਕਿਉਂਕਿ ਕਿਸੇ ਮਨੁੱਖ ਨੂੰ ਮਨਾਉਣਾ ਹੋਵੇ ਦਾਮ ਸ਼ਾਮ ਭੇਦ ਤੇ ਦੰਡ, ਇਹ ਚਾਰ ਤਰੀਕੇ ਵਰਤੇ ਜਾਂਦੇ ਨੇ। ਦਾਮ ਦਾ ਭਾਵ ਹੈ ਮੁੱਲ, ਲਾਲਚ ਦੇ ਕੇ। ਬੱਚਿਆਂ ਨੂੰ ਲਾਲਚ ਦਿੱਤਾ ਗਿਆ, ਤੁਸੀਂ ਸਾਡਾ ਦੀਨ ਕਬੂਲ ਕਰ ਲਓ ਤੇ ਤੁਹਾਨੂੰ ਮਹਿਲ ਉਸਾਰ ਦੇਵਾਂਗੇ, ਤੁਹਾਨੂੰ ਬੇਗਮਾਂ ਦੇ ਡੋਲੇ ਦਿੱਤੇ ਜਾਵਣਗੇ, ਤੁਹਾਨੂੰ ਰਾਜ ਕੁਵਾਰ ਬਣਾ ਦਿੱਤਾ ਜਾਵੇਗਾ। ਜੋ ਰਾਜ ਭਾਗ ਦੇ ਸੁੱਖ ਸਹੂਲਤਾਂ ਨੇ ਉਹਨਾਂ ਨੂੰ ਮੰਨਣਾ ਕਰਿਓ।
ਪਰ ਸਾਹਿਬਜ਼ਾਦਿਆਂ ਨੇ ਕਹਿ ਦਿੱਤਾ ਏ ਕਿ ਤੁਹਾਡੀ ਤੇ ਜ਼ੁਬਾਨ ਹੀ ਝੂਠੀ ਏ, ਤੁਹਾਡੇ ਤੇ ਕੀ ਇਤਬਾਰ ਕਰੀਏ। ਤੁਹਾਡਾ ਸ਼ਾਹ ਜਿਹੜਾ, ਤੁਹਾਡਾ ਰਾਜਾ ਪਾਤਸ਼ਾਹ ਹੈ ਜਿਹੜਾ, ਉਹਨੇ ਖੁਦ ਚਿੱਠੀ ਲਿਖੀ ਸੀ, ਆਨੰਦਪੁਰ ਘੱਲੀ ਸੀ ਕਿ ਤੁਸੀਂ ਚਲੇ ਜਾਓ ਆਨੰਦਪੁਰ ਦੇ ਵਿੱਚੋਂ। ਕੁਰਾਨ ਦੀ ਸਹੁੰ ਵੀ ਖਾਧੀ ਸੀ, ਪਰ ਫਿਰ ਵੀ ਉਹਨਾਂ ਨੇ ਆਪਣੇ ਕੀਤੇ ਵਾਅਦੇ ਤੇ ਪੂਰਨ ਨਹੀਂ ਰਹੇ, ਤੋੜ ਦਿੱਤੇ ਉਹ ਸਾਰੇ ਵਾਅਦੇ। ਬੱਚਿਆਂ ਨੇ ਪਹਿਲੇ ਦਿਨ ਦੀ ਕਚਹਿਰੀ ਦੇ ਵਿੱਚ ਕਿਸੇ ਦੀ ਕੋਈ ਗੱਲ ਨਹੀਂ ਸੁਣੀ, ਬੜਾ ਜ਼ੋਰ ਲਾਇਆ ਹੈ ਬੱਚਿਆਂ ਨੂੰ ਕਿਵੇਂ ਨਾ ਕਿਵੇਂ ਮਨਾਇਆ ਜਾਵੇ। ਪਰ ਬੱਚੇ ਬੜੇ ਹੌਸਲੇ ਦੇ ਨਾਲ, ਕਿਉਂਕਿ ਦਾਦੀ ਮਾਂ ਨੇ ਸਾਰੀ ਰਾਤ ਬਹਿ ਕੇ ਸਮਝਾਇਆ ਸੀ, ਬੱਚਿਓ ਵਾਹਿਗੁਰੂ ਜੋ ਕਰਦਾ ਹੈ ਉਹ ਚੰਗਾ ਹੀ ਕਰਦਾ ਹੈ, ਪੱਤੇ ਪੱਤੇ ਦੀ ਖਬਰ ਉਹ ਰੱਖਦਾ ਹੈ। ਗੁਰਬਾਣੀ ਵਿੱਚ ਲਿਖਿਆ ਹੈ, ਜਿਹਨੇ ਸੰਸਾਰ ਵਿੱਚ ਆਉਣਾ ਹੈ ਨਿਰੰਕਾਰ ਨੇ ਲਿਖਿਆ, ਕਿੰਨਾ ਸਮਾਂ ਰਹਿਣਾ ਉਹ ਵੀ ਲਿਖਿਆ। ਜਿਹਨੂੰ ਉਹ ਪ੍ਰਮਾਤਮਾ ਬਚਾਉਣਾ ਚਾਹਵੇ ਉਹਦਾ ਕੋਈ ਬਾਲ ਵੀ ਵਿੰਗਾ ਨਹੀਂ ਕਰ ਸਕਦਾ। ਜਿਹਨੂੰ ਪ੍ਰਮਾਤਮਾ ਨੇ ਸੱਦਣਾ ਹੋਵੇ ਤੇ ਉਹਦੇ ਲਈ ਫਿਰ ਇੱਕ ਇਹੋ ਜਿਹਾ ਕੋਈ ਛੋਟਾ ਜਿਹੀ ਕਾਰਨ ਬਣਾ ਦਿੰਦਾ ਹੈ ਤੇ ਉਹਨੂੰ ਫਿਰ ਸੰਸਾਰ ਵਿੱਚੋਂ ਜਾਣਾ ਪੈਂਦਾ ਹੈ। ਪਰ ਅਸੀਂ ਇਨਸਾਨ ਹਾਂ, ਭੁੱਲੜ ਹਾਂ, ਭੁੱਲ ਜਾਂਦੇ ਹਾਂ ਉਹਦੀਆਂ ਰਹਿਮਤਾਂ ਨੂੰ, ਤਾਂ ਕਰਕੇ ਦੁੱਖ ਪਾਉਂਦੇ ਹਾਂ। ਜੋ ਉਹ ਕਰ ਰਿਹਾ ਹੈ ਉਹਦੇ ਹੁਕਮ ਦੇ ਵਿੱਚ ਚੱਲੀਏ ਤੇ ਕਦੇ ਜੀਵਨ ਵਿੱਚ ਦੁੱਖ ਨਹੀਂ ਆਵੇਗਾ, ਚੜ੍ਹਦੀ ਕਲਾ ਵਿੱਚ ਰਹਿੰਦਾ ਹੈ ਜੀਵਨ। ਸਾਰੀ ਰਾਤ ਬੱਚਿਆਂ ਨੂੰ ਇਹੀ ਸਮਝਾਉਂਦੀ ਏ ਦਾਦੀ ਮਾਂ, ਤੇ ਕਚਹਿਰੀ ਵਿੱਚ ਆ ਕੇ ਦਾਦੀ ਮਾਂ ਦੇ ਸਿਖਾਏ ਹੋਏ ਪਾਏ ਹੋਏ ਪੂਰਨਿਆਂ ਦੇ ਉੱਪਰ ਬੱਚੇ ਅਡੋਲ ਚਿੱਤ ਹੋ ਕੇ ਜਵਾਬ ਦੇ ਦਿੰਦੇ ਨੇ। ਸ਼ਾਮਾਂ ਹੋ ਜਾਂਦੀਆਂ ਨੇ, ਬੱਚਿਆਂ ਨੂੰ ਬੜਾ ਲਾਲਚ ਦਿੱਤਾ ਜਾਂਦਾ ਏ ਤੇ ਬੱਚਿਆਂ ਨੂੰ ਵਾਪਸ ਫਿਰ ਠੰਡੇ ਬੁਰਜ ਵਿੱਚ ਘੱਲ ਦਿੱਤਾ ਜਾਂਦਾ ਏ। ਦੂਸਰੀ ਰਾਤ ਹੈ ਤੇ ਕਹਿੰਦੇ ਬੱਚਿਆਂ ਨੂੰ ਦੂਜੀ ਰਾਤ ਉੱਥੇ ਠੰਡੇ ਬੁਰਜ ਦੇ ਵਿੱਚ ਛੱਡੋ, ਭੁੱਖੇ ਭਾਣੇ ਫਿਰ ਤੜਫਣਗੇ, ਕੱਲ੍ਹ ਇਹਨਾਂ ਨਾਲ ਗੱਲ ਕਰਾਂਗੇ। ਪਹਿਲੀ ਪੀਸੀ 11 ਪੋਹ ਦੀ ਕੱਲ੍ਹ ਆਪਾਂ ਵਿਚਾਰਿਆ, ਮੋਤੀ ਰਾਮ ਮਹਿਰੇ ਨੇ ਦੁੱਧ ਦੀ ਸੇਵਾ ਕੀਤੀ ਹੈ, ਸਾਰਾ ਪਰਿਵਾਰ ਦੁੱਧ ਦੀ ਸੇਵਾ ਬਦਲੇ ਆਪਣਾ ਕੁਰਬਾਨ ਕਰ ਦਿੱਤਾ ਹੈ। ਅੱਜ ਦੂਸਰਾ ਦਿਨ ਆਇਆ ਹੈ, 12 ਪੋਹ ਦਾ ਦਿਨ ਹੈ। ਦੂਰ ਨੇੜੇ ਦੇ ਸਾਰੇ ਰਾਜੇ ਇਕੱਠੇ ਕੀਤੇ ਨੇ, ਅੱਜ ਸਭਾ ਫੇਰ ਭਰੀ ਏ। ਸੁੱਚੇ ਨੰਦ ਵਰਗੇ ਕਹਿੰਦੇ ਨੇ ਬੱਚਿਆਂ ਨੇ ਕੱਲ੍ਹ ਤੇ ਨਮਸਕਾਰ ਨਹੀਂ ਕੀਤੀ ਰਾਜੇ ਨੂੰ, ਅੱਜ ਨਮਸਕਾਰ ਕਰਾਉਣੀ ਹੈ ਰਾਜੇ ਨੂੰ। ਕਿਵੇਂ ਹੀਲਾ ਕੀਤਾ ਜਾਵੇ? ਉਹ ਜਿਹੜਾ ਵਜ਼ੀਰ ਖਾਨ ਦਾ ਦਰਬਾਰ ਏ ਨਾ, ਉਹ ਵੱਡਾ ਗੇਟ ਕਹਿੰਦੇ ਬੰਦ ਕਰ ਦਿੱਤਾ, ਛੋਟਾ ਗੇਟ ਸੀ ਨਾ ਉਹ ਖੋਲ ਦਿੱਤਾ। ਮੂਹਰੇ 2 ਸਿਪਾਹੀ ਲਾ ਦਿੱਤੇ, ਸਿਪਾਹੀਆਂ ਨੂੰ ਸਿਖਾ ਦਿੱਤਾ ਵੀ ਤੁਸੀਂ ਉਹਨਾਂ ਬੱਚਿਆਂ ਤੋਂ ਅੱਗੋਂ ਨਿਕਲਣਾ ਹੈ, ਨੀਵੀਂ ਪਾ ਕੇ ਨਿਕਲਣਾ ਹੈ। ਬੱਚੇ ਵੀ ਤੁਹਾਡੇ ਵਾਂਗ ਨੀਵੀਂ ਪਾ ਕੇ ਅੱਗੇ ਲੰਘਣਗੇ ਤੇ ਅਸੀਂ ਸਾਰੇ ਕਹਿ ਦੇਵਾਂਗੇ ਕਿ ਬੱਚਿਆਂ ਨੇ ਵਜ਼ੀਰ ਖਾਨ ਨੂੰ ਸਜਦਾ ਕਰ ਦਿੱਤਾ ਹੈ। ਦੂਸਰਾ ਦਿਨ ਆਇਆ, ਵਜ਼ੀਰ ਖਾਨ ਦੀ ਕਚਹਿਰੀ ਲੱਗੀ ਹੋਈ ਏ, ਨੇੜੇ ਤੇੜੇ ਦੇ ਨਵਾਬ ਬੈਠੇ ਨੇ ਕਚਹਿਰੀ ਦੇ ਵਿੱਚ, ਸਭਾ ਭਰੀ ਹੋਈ ਏ। ਬੜੇ ਲੋਕ ਵੀ ਆ ਇਕੱਠੇ ਬੈਠੇ, ਦੇਖਣ ਵਾਲੇ ਵੇਖ ਰਹੇ ਨੇ। ਵੇਖੀਏ ਖਾਂ ਬੱਚਿਆਂ, ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬੱਚੇ ਨੇ, ਅੱਜ ਵਜ਼ੀਰ ਖਾਨ ਨੇ ਮਨਾ ਹੀ ਲੈਣੇ ਨੇ। ਗੇਟ ਦੇ ਕੋਲ ਸਿਪਾਹੀ ਆਏ, ਬੱਚਿਆਂ ਨੂੰ ਲੈ ਕੇ ਆ ਰਹੇ ਨੇ ਤੇ ਸਿਪਾਹੀ ਅੱਗੋਂ ਲੰਘੇ ਨੇ, ਸਿਰ ਨੀਵਾਂ ਕੀਤਾ, ਛੋਟਾ ਗੇਟ ਖੁੱਲ੍ਹਾ ਏ।
ਅੰਦਰ ਹੋ ਕੇ ਸਜਦਾ ਕਰਕੇ ਪਾਸੇ ਹੋ ਗਏ, ਸ਼ਾਇਦ ਬੱਚੇ ਸਾਡੇ ਪਿੱਛੇ ਆਉਂਦੇ, ਸਾਨੂੰ ਵੇਖ ਕੇ ਸਾਡੇ ਵਾਂਗੂ ਨੀਵੇਂ ਹੋ ਕੇ ਲੰਘਣਗੇ। ਪਰ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਫਰਜ਼ੰਦਾਂ ਨੂੰ ਕੌਣ ਸਮਝਾਵੇ? ਜਿਹਦਾ ਰਾਖਾ ਆਪ ਅਕਾਲ ਪੁਰਖ ਹੋਵੇ, ਜਿਹਦੇ ਸਿਰ ਦੇ ਉੱਪਰ ਕਲਗੀਆਂ ਵਾਲੇ ਦਾ ਹੱਥ ਹੋਵੇ, ਤੇ ਉਹ ਭਲਾ ਕਿੱਥੇ ਡੋਲਦੇ ਨੇ? ਕਿੱਥੇ ਚਲਾਕੀਆਂ? ਚਲਾਕੀਆਂ ਕਿਵੇਂ ਕੋਈ ਚਲਾਕੀਆਂ ਨਾਲ ਜਿੱਤ ਸਕਦਾ ਉਹਨਾਂ ਨੂੰ? ਬੱਚੇ ਦਰਵਾਜ਼ੇ ਦੇ ਅੱਗੇ ਹੋਏ ਨੇ, ਬਾਬਾ ਜੋਰਾਵਰ ਸਿੰਘ ਨੇ ਤੇ ਬਾਬਾ ਫਤਿਹ ਸਿੰਘ ਨੇ ਇੱਕ ਪੈਰ ਚੁੱਕਿਆ ਏ, ਸਿਰ ਪਿੱਛੇ ਨੂੰ ਕਰ ਲਏ ਨੇ ਤੇ ਪੈਰ ਅੱਗੇ ਕੱਢ ਦਿੱਤੇ ਬਾਰੀ ਵਿੱਚ ਦੀ। ਉਹ ਖੜੇ ਨੇ, ਸਭਾ ਭਰੀ ਹੋਈ ਹੈ, ਸਾਰੇ ਤਾੜੀਆਂ ਮਾਰਨ ਵਾਸਤੇ ਖਲੋਤੇ ਨੇ। ਤਾੜੀਆਂ ਮਾਰ ਦੇਵਾਂਗੇ, ਬੱਚਿਆਂ ਨੇ ਸਿਰ ਨੀਵਾਂ ਕਰਤਾ। ਸਾਰਿਆਂ ਦੀ ਨਿਗਾਹ ਏ ਗੇਟਾਂ ਦੇ ਵੱਲ। ਆ ਜਦੋਂ ਬੱਚਿਆਂ ਦੇ ਪੈਰ ਅੱਗੇ ਹੋਏ ਨੇ ਨਾ, ਸਾਰਿਆਂ ਦੇ ਮੂੰਹ ਹੱਕੇ ਬੱਕੇ ਰਹਿ ਗਏ। ਪੈਰਾਂ ਦੀਆਂ ਜੁੱਤੀਆਂ ਵੇਖੀਆਂ ਨੇ, ਅਬਾਲੇ ਚਲਾਕ ਕਹਾਉਣ ਵਾਲਿਆਂ ਦੇ ਸਿਰ ਮੂੰਹ ਤੇ ਜੁੱਤੀਆਂ ਹੀ ਪੈਂਦੀਆਂ ਨੇ। ਸਭਨਾਂ ਦੇ ਹੋਸ਼ ਉੱਡ ਗਏ। ਬੱਚੇ ਪਹੁੰਚੇ ਨੇ, ਅੱਗੇ ਲੰਘੇ ਨੇ ਤੇ ਜਾ ਕੇ ਭਰੀ ਸਭਾ ਦੇ ਵਿੱਚ ਫਿਰ ਜਕਾਰਾ ਛੱਡ ਦਿੱਤਾ ਹੈ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਇਹਨਾਂ ਨੂੰ ਚਾਅ ਸੀ ਵੀ ਅੱਜ ਬੱਚਿਆਂ ਨੇ ਸਿਰ ਨੀਵਾਂ ਕਰਨਾ ਹੈ, ਖੁਸ਼ੀਆਂ ਮਨਾਉਣ ਲਈ ਖੜੇ ਸੀ, ਮੱਚ ਗਏ। ਬੱਚਿਆਂ ਨੇ ਤੇ ਫਤਿਹ ਗਜਾ ਦਿੱਤੀ। ਤੇ ਇੱਥੇ ਹੀ ਬੱਚਿਆਂ ਨੂੰ ਦੁਬਾਰਾ ਫਿਰ ਕਿਹਾ ਗਿਆ, ਬੱਚਿਓ ਤੁਸੀਂ ਜਿਹੜੇ ਮੁਸਲਮਾਨ ਸਨਅਤ ਦੇ ਬਹੁਤ ਵੱਡੇ ਵਜ਼ੀਰ ਨੇ, ਤੁਸੀਂ ਉਹਦੇ ਸਾਹਮਣੇ ਖਲੋਤੇ ਹੋ, ਨੀਵੇਂ ਹੋ ਕੇ ਇਹਨੂੰ ਸਜਦਾ ਕਰਦੇ ਹੋ। ਬੱਚਿਆਂ ਨੇ ਫਿਰ ਜਵਾਬ ਦਿੱਤਾ, ਨਹੀਂ, ਅਸੀਂ ਤੇ ਇੱਕੋ ਹੀ ਅਕਾਲ ਪੁਰਖ ਦੇ ਪੁਜਾਰੀ ਹਾਂ, ਅਸੀਂ ਤੇ ਇੱਕੋ ਹੀ ਨਿਰੰਕਾਰ ਦੇ ਚਰਨਾਂ ਵਿੱਚ ਸਿਰ ਧਰ ਦਿੱਤਾ ਹੈ। ਉਹ ਤੋਂ ਬਿਨਾਂ ਸਾਡਾ ਕਿਧਰੇ ਵੀ ਸਿਰ ਨਹੀਂ ਝੁਕਦਾ। ਔਰ ਸਾਡੇ ਕਲਗੀਆਂ ਵਾਲੇ ਬਾਪੂ ਨੇ ਜਿੱਦੇ ਅੰਮ੍ਰਿਤ ਛਕਾਇਆ ਸੀ, ਸਾਨੂੰ ਇਹ ਕਹਿ ਵੀ ਦਿੱਤਾ ਸੀ, ਤੇ ਸਿਰ ਹੁਣ ਗੁਰੂ ਦਾ ਹੋ ਗਿਆ। 5 ਪਿਆਰਿਆਂ ਨੇ ਸਿਰ ਦੇ ਦਿੱਤਾ ਸੀ ਗੁਰੂ ਨੂੰ, ਸਿਰ ਹੁਣ ਗੁਰੂ ਦਾ ਹੋ ਗਿਆ, ਗੁਰੂ ਤੋਂ ਬਿਨਾਂ ਕਿਧਰੇ ਨਹੀਂ ਝੁਕੇਗਾ, ਨਾ ਹੀ ਕੋਈ ਝੁਕਾ ਸਕਦਾ ਹੈ। ਇੱਥੇ ਹੀ ਬੱਚਿਆਂ ਨੂੰ ਬੜੇ ਪਿਆਰ ਦੇ ਨਾਲ ਗੱਲਾਂ ਕੀਤੀਆਂ ਜਾਂਦੀਆਂ ਨੇ। ਸ਼ਾਮ, ਦਾਮ, ਭੇਦ, ਦੰਡ, ਚਾਰੇ ਤਰੀਕੇ ਪਹਿਲੇ 2 ਅਪਣਾਏ ਜਾਂਦੇ ਨੇ। ਭੇਦ ਤੇ ਬੱਚਿਆਂ ਦਾ ਹੁਣ ਕੀ ਹੋਵੇਗਾ? ਬੱਚਿਆਂ ਨੂੰ ਡਰਾ ਵੀ ਰਹੇ ਨੇ, ਸ਼ਾਮ ਕਰ ਰਹੇ ਨੇ, ਨਿਮਰਤਾ ਨਾਲ ਕਹਿ ਰਹੇ ਨੇ ਤੁਹਾਡੇ ਮਹਿਲ ਉਸਾਰ ਦੇਵਾਂਗੇ, ਲਾਲਚ ਦੇ ਰਹੇ ਨੇ, ਬੜੀਆਂ ਮਿੱਠੀਆਂ ਗੱਲਾਂ ਕਰ ਰਹੇ ਨੇ। ਔਰ ਇਹ ਵੀ ਕਹਿ ਦਿੱਤਾ ਹੈ ਕਿ ਤੁਹਾਡਾ ਗੁਰੂ ਪਿਤਾ ਗੁਰੂ ਗੋਬਿੰਦ ਸਿੰਘ ਹੈ, ਉਹਨੂੰ ਸਾਡੀ ਫੌਜ ਨੇ ਮਾਰ ਦਿੱਤਾ ਹੈ। ਸੁੱਚਾ ਆਨੰਦ ਕਹਿੰਦਾ ਹੈ, ਤੇ ਬੱਚੇ ਕਹਿੰਦੇ ਨੇ ਸੁੱਚੇ ਆਨੰਦ ਆਪਣੀ ਜ਼ੁਬਾਨ ਨੂੰ ਲਗਾਮ ਲਗਾ, ਤੇਰੀ ਗਿੱਦੜ ਦੀ ਫੌਜ ਦੇ ਵਿੱਚ ਐਸਾ ਕੋਈ ਸੂਰਮਾ ਨਹੀਂ ਹੈ ਜਿਹੜਾ ਗੁਰੂ ਪਿਤਾ ਗੁਰੂ ਗੋਬਿੰਦ ਸਿੰਘ ਜੀ ਦਾ ਟਾਕਰਾ ਵੀ ਕਰ ਸਕੇ, ਸਾਹਮਣੇ ਵੀ ਖਲੋ ਸਕੇ। ਗੁਰੂ ਪਿਤਾ ਨੂੰ ਮਾਰਨਾ ਤੇ ਦੂਰ ਦੀ ਗੱਲ ਹੈ। ਤੇਰੀ ਪੂਰੀ ਸਲਤਨਤ ਦੇ ਵਿੱਚ ਕੋਈ ਐਸਾ ਨਹੀਂ ਜਨਮਿਆ ਜਿਹੜਾ ਗੁਰੂ ਪਿਤਾ ਦੇ ਸਾਹਮਣੇ ਵੀ ਖੜ ਕੇ ਗੱਲ ਕਰ ਸਕੇ, ਐਸਾ ਕੋਈ ਨਹੀਂ ਹੈ। ਆ ਬੱਚਿਆਂ ਨੇ ਬੜੇ ਰੋਹ ਦੇ ਨਾਲ ਆ ਗੱਲ ਕਹੀ ਏ। ਵਜ਼ੀਰ ਖਾਨ ਵੀ ਬੜੇ ਪਿਆਰ ਦੇ ਨਾਲ ਬੁਲਾਉਂਦਾ ਹੈ, ਬੱਚਿਓ ਤੁਸੀਂ ਮੇਰੀ ਗੱਲ ਮੰਨ ਜਾਓ, ਮੈਂ ਆਪਣੇ ਸ਼ਾਹ ਪਾਤਸ਼ਾਹ ਦੇ ਕੋਲੋਂ, ਔਰੰਗਜ਼ੇਬ ਦੇ ਕੋਲੋਂ ਤੁਹਾਨੂੰ ਨਵਾਮ ਵੀ ਦਵਾਵਾਂਗਾ। ਤੇ ਬੱਚਿਆਂ ਨੇ ਕਹਿ ਦਿੱਤਾ, ਸਾਨੂੰ ਯਕੀਨ ਨਹੀਂ ਹੈ ਤੇਰੇ ਸ਼ਾਹ ਦੇ ਉੱਤੇ, ਔਰੰਗਜ਼ੇਬ ਡਰਤਾ ਨਹੀਂ ਹੈ ਗੁਨਾਹ ਸੇ। ਉਹਨੂੰ ਡਰ ਨਹੀਂ ਲੱਗਦਾ ਗੁਨਾਹ ਦੇ ਕੋਲੋਂ, ਜਿੱਡੇ ਜਿੱਡੇ ਉਹ ਗੁਨਾਹ ਕਰ ਰਿਹਾ ਹੈ। ਪੜ੍ਹ ਕੇ ਕੁਰਾਨ ਬਾਪ ਕੋ ਕਰਤਾ ਹੈ ਜੋ ਕੈਦ ਹੋ, ਮਰਨਾ ਪਿਤਾ का जिसको खुशी की
ਨਵੈਦ ਹੋ। ਕਤਲ ਵਰਾਦਰਾ ਜਿਸੇ ਮਾਮੂਲੀ ਸੈਦ ਹੋ। ਜਿਹਨੇ ਆਪਣੇ ਪਿਤਾ ਨੂੰ ਪਕੜ ਕੇ ਕੈਦ ਵਿੱਚ ਕਰ ਦਿੱਤਾ ਤੇ ਖੁਸ਼ੀ ਮਨਾਉਂਦਾ ਹੋਵੇ। ਜਿਹਦੇ ਲਈ ਆਪਣੇ ਭਰਾਵਾਂ ਨੂੰ ਕਤਲ ਕਰਨਾ ਇੱਕ ਮਾਮੂਲੀ ਜੀ ਗੱਲ ਹੈ, ਉਹਦੀ ਗੱਲ ਕਰਦੇ। ਨੇਕੀ ਕੀ ਉਸ ਸੇ ਖਲਕ ਕੋ ਫਿਰ ਕਿਆ ਉਮੀਦ ਹੋ। ਸਾਨੂੰ ਉਹ ਤੇ ਕੋਈ ਨੇਕੀ ਦੀ ਕੋਈ ਉਮੀਦ ਨਹੀਂ ਹੈ, ਉਹ ਨੇਕੀ ਕਰ ਹੀ ਨਹੀਂ ਸਕਦਾ। ਜਿਹਨੂੰ ਆਪਣੇ ਭਰਾਵਾਂ ਤੇ ਆਪਣੇ ਪਿਓ ਤੇ ਤਰਸ ਨਹੀਂ ਆਇਆ, ਹੋਰ ਕਿਸੇ ਤੇ ਕੀ ਤਰਸ ਕਰੇਗਾ। ਅਸੀਂ ਜਾਣਦੇ ਹਾਂ ਕਿ ਅੱਜ ਤੋਂ ਕਈ ਸਾਲ ਪਹਿਲੇ, 25-30 ਸਾਲ ਪਹਿਲੇ, ਜੋ ਦਾਦੀ ਮਾਤਾ ਕੋਲੋਂ ਸੁਣਿਆ ਏ ਕਿ ਜਦੋਂ ਉਹ ਕਸ਼ਮੀਰ ਦੇ ਬ੍ਰਾਹਮਣਾਂ ਦਾ ਕਤਲ ਕਰ ਕਰਕੇ ਸਵਾ ਮਣ ਜਨੇਊ ਲਾ ਲਾ ਕੇ ਰੋਟੀ ਖਾਂਦਾ ਸੀ ਇੱਕ ਪਹਿਰ ਦੀ। ਉਹ ਤੋਂ ਨੇਕੀ ਭਾਲਦੇ ਆ, ਉਹ ਤੋਂ ਦਇਆ ਭਾਲਦੇ ਆ ਕਿ ਉਹ ਬੰਦਾ ਦਇਆ ਕਰੇਗਾ। ਨਹੀਂ, ਉਹ ਦਇਆ ਨਹੀਂ ਕਰ ਸਕਦਾ। ਗੈਰੋਂ पे फिर वो जोर करे या जफा करे, हम क्या कहें किसी को हियादत खुदा करे। ਅਸੀਂ ਤੇ ਚਾਹੁੰਦੇ ਹਾਂ ਪ੍ਰਮਾਤਮਾ ਖੈਰੀਅਤ ਰੱਖੇ, ਕਿਉਂਕਿ ਤੁਸੀਂ ਬੜਾ ਵੱਡਾ ਜ਼ਾਲਮ ਤੁਹਾਡਾ ਬਾਦਸ਼ਾਹ ਹੈ। ਬਚਪਨ ਤੋਂ ਸੁਣਦੇ ਆ ਰਹੇ ਹਾਂ, ਜਦੋਂ ਤੋਂ ਸੁਰਤ ਸੰਭਲੀ ਉਹ ਤੋਂ ਸੁਣਦੇ ਆ ਰਹੇ ਹਾਂ। ਔਰੰਗਜ਼ੇਬ ਬੜਾ ਕਾਤਲ ਹੈ, ਬੜਾ ਬੇਈਮਾਨ ਬੰਦਾ ਹੈ, ਕਿਸੇ ਨੂੰ ਬਖਸ਼ਦਾ ਨਹੀਂ, ਕਿਸੇ ਤੇ ਤਰਸ ਨਹੀਂ ਕਰਦਾ। ਜ਼ਾਲਮ ਕਾ ਦੀਨ ਕਿਸ ਲਈ ਕਰਨੇ ਲਗੇ ਕਬੂਲ। ਅਸੀਂ ਉਹਨਾਂ ਦਾ ਕਿਉਂ, ਉਹਨਾਂ ਦਾ ਧਰਮ ਹੈ ਜਿਹੜਾ ਉਹਦਾ ਕਿਉਂ ਕਬੂਲ ਕਰੀਏ ਜਦੋਂ ਖੁਦ ਆਪਣੇ ਧਰਮ ਤੇ ਆਪ ਨਹੀਂ ਚੱਲ ਰਿਹਾ। ਤਬਦੀਲੀਏ ਮਜ਼ਹਬ ਸੇ ਨਹੀਂ ਕੁਝ ਵੀ ਹੈ ਹਸੂਲ। ਜੇ ਅਸੀਂ ਧਰਮ ਤਬਦੀਲ ਵੀ ਕਰ ਲਈਏ ਤੇ ਫਿਰ ਕੀ ਮਿਲ ਜੂ ਸਾਨੂੰ। ਹਾਂ, ਇੱਕ ਗੱਲ ਕਹਿੰਦੇ, ਅਸੀਂ ਦੀਨ ਤੁਹਾਡਾ ਮੰਨ ਲੈਨੇ ਆ, ਪਰ ਦੱਸੋ ਫਿਰ ਮੌਤ ਨਹੀਂ ਆਵੇਗੀ। ਬੱਚਿਓ, ਤੁਹਾਨੂੰ ਮਾਰ ਦਿੱਤਾ ਜਾਵੇਗਾ ਤੇ ਬੱਚੇ ਕਹਿੰਦੇ ਨੇ ਫਿਰ ਮੌਤ ਨਹੀਂ ਆਵੇਗੀ ਜੇ ਅਸੀਂ ਮੁਸਲਮਾਨ ਹੋ ਗਏ। ਮੁਸਲਮਾਨਾਂ ਨੂੰ ਮੌਤ ਨਹੀਂ ਆਉਂਦੀ। ਜਦ ਤੇ ਕਹੋ ਬਈ ਹਾਂ ਜਿਹੜਾ ਮੁਸਲਮਾਨ ਬਣ ਜਾਂਦਾ ਹੈ ਉਹ ਤੇ ਮੌਤ ਨਹੀਂ ਆਉਂਦੀ। ਨੀਵੀਆਂ ਪੈ ਗਈਆਂ, ਕੌਣ ਦੇਵੇ ਜਵਾਬ ਉਹਨਾਂ ਬੱਚਿਆਂ ਦਾ। ਜਵਾਬ ਹੀ ਨਹੀਂ ਕਿਸੇ ਦੇ ਕੋਲ। ਤਬਦੀਲੀਏ ਮਜ਼ਹਬ ਸੇ ਨਹੀਂ ਕਸਬੀ ਹੋ ਹੈ ਹਸੂਲ। ਕੁਝ ਵੀ ਪ੍ਰਾਪਤ ਨਹੀਂ ਹੁੰਦਾ ਇਹ ਧਰਮ ਬਦਲਣ ਦੇ ਨਾਲ। ਬੰਦੇ ਦੇ ਨੇਕ ਕਰਮ ਨੇ ਜਿਹੜੇ ਉਹ ਹੋਣੇ ਚਾਹੀਦੇ ਨੇ। ਆ ਸਾਡਾ ਧਰਮ ਤੇ ਸਾਰਿਆਂ ਨਾਲ ਪਿਆਰ ਕਰਦਾ ਏ, ਕੋਈ ਮੁਸਲਮਾਨ ਹੋਵੇ ਤੇ ਕੋਈ ਹਿੰਦੂ ਹੋਵੇ, ਕੋਈ ਚੰਗੇ ਕਰਮ ਕਰਨ ਵਾਲਾ ਹੋਵੇ। ਸਾਡੇ ਗੁਰੂ ਨੇ ਤੇ ਸਾਰਿਆਂ ਨੂੰ ਸਿੱਖਿਆ ਦਿੱਤੀ। ਹਿੰਦੂ ਹੈ ਤੇ ਸੱਚਾ ਹਿੰਦੂ ਬਣ, ਨੇਕੀ ਕਰਿਆ ਕਰ, ਮਨ ਵਿੱਚ ਦਇਆ ਰੱਖਿਆ ਕਰ, ਇੱਕ ਪਰਮਾਤਮਾ ਦਾ ਸਿਮਰਨ ਕਰਿਆ ਕਰ, ਚੰਗੇ ਕਰਮ ਕਰਿਆ ਕਰ, ਪੰਜੇ ਵਕਾਰਾਂ ਤੋਂ ਬਚ। ਜਿਹੜੇ ਪਰਮਾਤਮਾ ਦੇ ਗੁਣ ਨੇ ਉਹਨਾਂ ਨੂੰ ਹਿਰਦੇ ਵਿੱਚ ਵਸਾ। ਹਿੰਦੂ ਨੂੰ ਵੀ ਕਹਿੰਦੇ ਆ ਤੇ ਮੁਸਲਮਾਨ ਨੂੰ ਵੀ ਇਹੀ ਕਹਿੰਦੇ ਆ, ਬੇਸ਼ੱਕ ਤੂੰ ਮੁਸਲਮਾਨ ਹੈ, ਤੈਨੂੰ ਮੁਸਲਮਾਨ ਹੋਣ ਤੇ ਵਧਾਈਆਂ ਸਾਡੇ ਵੱਲੋਂ, ਪਰ ਭਾਈ ਨੇਕੀ ਕਰਿਆ ਕਰ, ਚੰਗੇ ਕਰਮ ਕਰਿਆ ਕਰ, ਕਿਉਂਕਿ ਉੱਥੇ ਅਮਲਾਂ ਦਾ ਨਵੇੜ ਹੁੰਦਾ ਏ। ਕਦੇ ਮੁਸਲਮਾਨ ਨੇ ਪੁੱਛਿਆ ਸੀ ਨਾ, ਜਦੋਂ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਮੱਕੇ ਮਦੀਨੇ ਪਹੁੰਚੇ ਹੋਏ ਨੇ, ਬਾਬਾ ਫੋਲ ਕਿਤਾਬ ਦੱਸ ਹਿੰਦੂ ਵੱਡਾ ਕਿ ਮੁਸਲਮਾਨ ਹੋਈ। ਬਾਬਾ ਆਖੇ ਹਾਜੀਆਂ ਅਮਲਾਂ ਵਾਜੋ ਦੋਨੋਂ ਰੋਈ। ਬਾਬਾ ਫਰੀਦ ਸਾਹਿਬ ਜੀ ਵੀ ਕਹਿੰਦੇ ਨੇ, ਅਮਲ ਜੇ ਕੀਤੇ ਦੁਨੀਆ ਵਿੱਚ ਦਰਗਾਹ ਆਏ ਕੰਮ। ਦਰਗਾਹ ਦੇ ਵਿੱਚ ਤਾਂ ਭਾਈ ਚੰਗੇ ਕਰਮਾਂ ਦੇ ਨਾਲ ਨਿਭਣਾ ਏ। ਚੰਗੇ ਬੁਰੇ ਕਰਮਾਂ ਦਾ ਹਿਸਾਬ ਹੁੰਦਾ ਧਰਮ ਰਾਜੇ ਦੀ ਹਜ਼ੂਰੀ ਦੇ ਵਿੱਚ। ਰੋਜ਼ ਪੜ੍ਹਦੇ ਆ, ਚੰਗਿਆਈਆਂ ਬੁਰਿਆਈਆਂ ਬਾਚੈ ਧਰਮ ਹਦੂਰ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਜਿਨੀ ਨਾਮ ਤੇ ਆਇਆ ਗਏ ਮਸਕਤ ਘਾਲ। ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਬੱਚੇ ਤੇ ਰੋਜ਼ ਪੜ੍ਹਦੇ, ਆਪਾਂ ਵੀ ਰੋਜ਼ ਪੜ੍ਹਦੇ ਆ। ਉੱਥੇ ਨਹੀਂ ਪੁੱਛਣਾ
ਤੂੰ ਕੌਣ ਸੀ, ਤੂੰ ਮੁਸਲਮਾਨ ਹੈ, ਤੂੰ ਹਿੰਦੂ ਹੈ, ਉੱਥੇ ਤੇ ਪੁੱਛਣਾ ਕਰਕੇ ਕੀ ਆਇਆ। ਜਿਹੜਾ ਜ਼ੁਲਮ ਤੁਸੀਂ ਕਰਦੇ ਹੋ ਤੁਹਾਡਾ ਨਵਾਬ ਕਰਦਾ ਹੈ। ਬੱਚੇ ਕਹਿੰਦੇ ਸਾਨੂੰ ਤੇ ਪਤਾ ਏ, ਤੇ ਉਸ ਦਰਗਾਹ ਦੇ ਵਿੱਚ ਬੰਨੇ ਜਾਣੇ ਨੇ, ਉੱਥੇ ਕਦੇ ਮਾਫੀ ਨਹੀਂ ਮਿਲੇਗੀ ਤੁਹਾਨੂੰ, ਤੁਹਾਡੇ ਗੁਨਾਹ ਹੀ ਇਤਨੇ ਵੱਡੇ ਨੇ। ਜ਼ਾਲਮ ਕਾ ਦੀਨ ਕਿਸ ਲਈ ਕਰਨੇ ਲਗੇ ਕਬੂਲ, ਤਬਦੀਲੀਏ ਮਜਬ ਸੇ ਨਹੀਂ ਕਸਬੀ ਹੈ ਹਸੂਲ। ਧਰਮ ਨੂੰ ਤਬਦੀਲ ਕਰਨ ਦੇ ਨਾਲ ਕੁਛ ਨਹੀਂ ਪ੍ਰਾਪਤ ਹੁੰਦਾ। ਤੇ ਕਹਿੰਦਾ ਹੈ ਨਹੀਂ, ਵਜ਼ੀਰ ਖਾਂ ਕਹਿੰਦਾ ਹੈ ਸਾਡਾ ਬਾਦਸ਼ਾਹ ਬੜਾ ਨੇਕ ਹੈ, ਬੜੇ ਨੇਕੀ ਭਰੇ ਕੰਮ ਕਰਦਾ ਹੈ, ਤੁਹਾਨੂੰ ਉਹਦੇ ਕੰਮ ਦਿਖਦੇ ਨਹੀਂ। ਸਾਡਾ ਨਵਾਬ ਹੈ, ਬਾਦਸ਼ਾਹ ਹੈ, ਜਿਹੜਾ ਬਹੁਤ ਚੰਗੇ ਕਰਮ ਕਰਦਾ ਹੈ। ਤੇ ਜੋਗੀ ਜੀ ਲਿਖਦੇ ਨੇ ਅੱਗੇ, ਤੇ ਉਹ ਬੱਚੇ ਫਿਰ ਗਰਜ ਕੇ ਬੋਲਦੇ ਨੇ, ਐ ਵਜ਼ੀਰ ਤੂੰ ਆਪਣੇ ਸਾਹ ਦੇ ਤੇ ਸਾਡੇ ਦੇ ਵਿੱਚ ਵਿਚਾਰ ਕਰਕੇ ਵੇਖ ਲਾ, ਸਾਡੇ ਗੁਰੂ ਦੇ ਵੱਲ ਤੇ ਆਪਣੇ ਬਾਦਸ਼ਾਹ ਦੇ ਵਿੱਚ ਵੇਖ ਲਾ, ਗੁਣਾਂ ਨੂੰ ਮਿਲਾ ਕੇ। ਕਰ ਲੈ ਮੁਕਾਬਲਾ ਤੂੰ ਜਰਾ ਆਪਣੇ ਸਾਹ ਸੇ, ਪਾਪੀ ਹੈ ਬੋਹ ਤੋ ਹਮ ਹੈ ਵਰੀ ਹਰ ਗੁਨਾਹਾਂ ਸੇ। ਅਸੀਂ ਵਰੀ ਹਾਂ, ਸਾਡੇ ਵਿੱਚ ਕੋਈ ਔਗਣ ਵਿਖਾ, ਸਾਡੇ ਧਰਮ ਸਾਡੇ ਗੁਰੂ ਵਿੱਚ ਕੋਈ ਔਗਣ ਵਿਖਾ। ਤੇਰੇ ਸਾਹ ਦੇ ਵਿੱਚ ਕਿੰਨੇ ਔਗਣ ਹੈ ਅਸੀਂ ਗਿਣਾਉਂਦੇ ਆ ਤੈਨੂੰ। ਉਸਨੇ ਫਰੇਬ ਖੇਲਾ ਥਾ ਪੁਸਤ ਪਨਾਹਾਂ ਸੇ, ਉਹਨੇ ਤੇ ਫਰੇਬ ਧੋਖੇ ਦੇ ਨਾਲ ਆਪਣੇ ਪਿਤਾ ਨੂੰ ਜੇਲ੍ਹ ਵਿੱਚ ਤਾੜ ਦਿੱਤਾ। ਮਰਨੇ ਪਿਤਾ ਕੇ ਵਾਸਤੇ ਹਮ ਆਏ ਹੈ ਚਾਹ ਸੇ, ਵੇਖ ਤੇਰੇ ਬਾਦਸ਼ਾਹ ਦੇ ਨਾਲੋਂ ਅਸੀਂ ਉੱਤਮ ਹੈ। ਤੇਰੇ ਬਾਦਸ਼ਾਹ ਨੇ ਆਪਣੇ ਪਿਓ ਨੂੰ ਖੁਦ ਫਰੇਬ ਧੋਖੇ ਦੇ ਨਾਲ ਰਾਜ ਗੱਦੀ ਲੈਣ ਵਾਸਤੇ ਜੇਲ੍ਹ ਦੇ ਵਿੱਚ ਤਾੜ ਦਿੱਤਾ, ਤੇ ਸਾਡੇ ਵੱਲ ਝਾਕ, ਅਸੀਂ ਆਪਣੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਵਾਸਤੇ ਮਰਨ ਵਾਸਤੇ ਆ ਗਏ ਆ। ਤੇਰਾ ਬਾਦਸ਼ਾਹ ਤੇ ਕੈਦ ਕਰਦਾ ਹੈ ਆਪਣੇ ਪਿਓ ਨੂੰ, ਤੇ ਅਸੀਂ ਕਹਿੰਦੇ ਆ ਸਾਡਾ ਬਾਪੂ ਚੜ੍ਹਦੀ ਕਲਾ ਦੇ ਵਿੱਚ ਰਵੇ, ਉਹਦੇ ਲਈ ਅਸੀਂ ਮਰਨ ਲਈ ਤਿਆਰ ਖੜੇ ਆ ਤੇਰੇ ਸਾਹਮਣੇ, ਅਸੀਂ ਖੜੇ ਆ ਤਿਆਰ, ਸਾਡੇ ਬਾਪੂ ਦਾ ਬਾਲ ਵੀ ਵਿੰਗਾ ਨਾ ਹੋਵੇ, ਅਸੀਂ ਖੜੇ ਆ। ਫਿਰ ਕਿਸ ਹਿਸਾਬ ਦੇ ਨਾਲ ਕਹਿੰਦੇ ਆ ਤੂੰ ਕਿ ਤੇਰਾ ਬਾਦਸ਼ਾਹ ਹੈ ਜਿਹੜਾ ਉਹ ਬੜਾ ਨੇਕ ਦਿਲ ਹੈ। ਕਰ ਲੈ ਮੁਕਾਬਲਾ ਤੂੰ ਜਰਾ ਆਪਣੇ ਸ਼ਾਹ ਸੇ, ਪਾਪੀ ਹੈ ਬਹੁਤ ਤੋ ਹਮ ਹੈ ਬਰੀ ਹਰ ਗੁਨਾਹ ਸੇ। उसने फरेब खेला था पुस्त पनाह से, मरने पिता के वास्ते हम आए चाह से, अपनी इच्छा नाल आए हैं तेरे को। काम उसने भाइयों से किया था यजीद का, दारा का है मुकाम मुराद का है रुतबा शहीद का। उन्हें अपने भरावां दे नाल भी फरेब कीता, धोखा कीता है। ਉਹਦੇ ਭਰਾ ਦਾਰਾ ਸ਼ਕੋ, ਉਹਦਾ ਭਰਾ ਮੁਰਾਦ, ਜਿਨ੍ਹਾਂ ਨੂੰ ਜਿਹਨੂੰ ਉਹਨੇ ਮਰਵਾ ਦਿੱਤਾ ਸੀ, ਉਹਨਾਂ ਨੂੰ ਆਪਣੇ ਭਰਾਵਾਂ ਨੂੰ ਮਰਵਾ ਦਿੱਤਾ ਸੀ, ਆਪ ਮਾਰ ਦਿੱਤਾ ਸੀ ਛੱਡ ਕੇ। ਉਹ ਸ਼ਹੀਦ ਨੇ, ਹੈ ਤੇ ਭਰਾ ਸੀ ਉਹਦੇ, ਪਰ ਅਸੀਂ ਉਹਦੇ ਨਾਲ ਹਮਦਰਦੀ ਰੱਖਦੇ ਹਾਂ, ਉਹਦੇ ਭਰਾਵਾਂ ਨਾਲ, ਪਰ ਤੇਰੇ ਬਾਦਸ਼ਾਹ ਦੇ ਨਾਲ ਨਹੀਂ, ਕਿਉਂਕਿ ਤੇਰਾ ਬਾਦਸ਼ਾਹ ਹੈ ਨਾ ਉਹ ਨੇਕ ਨਹੀਂ ਨੇ, ਉਹ ਬੁਝਦਿਲ ਹੈ, ਉਹ ਕਹਿਰ ਹੈ, ਉਹ ਫਰੇਬੀ ਹੈ, ਧੋਖੇਬਾਜ਼ ਹੈ। ਇੰਨੀਆਂ ਗੱਲਾਂ ਬੱਚਿਆਂ ਦੀਆਂ ਸੁਣ ਕੇ ਨਾ ਕਹਿੰਦੇ ਨੇ ਹੁਣ ਕਿਸੇ ਦੇ ਵਿੱਚ ਬੋਲਣ ਦੀ ਹਿੰਮਤ ਨਹੀਂ ਰਹੀ ਹੈ। ਤੇ ਬੱਚੇ ਫਿਰ ਆਪਣੇ ਧਰਮ ਬਾਰੇ ਦੱਸਦੇ ਨੇ, ਸਾਡਾ ਕਿਸੇ ਨਾਲ ਕੋਈ ਵੈਰ ਨਹੀਂ ਹੈ, ਅਸੀਂ ਤੇ ਉਸ ਕਰਤਾਰ ਵਾਹਿਗੁਰੂ ਪਰਮੇਸ਼ਰ ਦੇ ਲਈ ਸਦਾ ਵਾਸਤੇ ਚੜ੍ਹਦੀ ਕਲਾ ਵਿੱਚ ਹਾਂ, ਉਹਦਾ ਨਾਮ ਧਿਆਉਂਦੇ ਆ, ਬੁਰੇ ਕਰਮ ਕਰਨ ਵਾਲਿਆਂ ਨੂੰ ਰੋਕਦੇ ਆ, ਤੇ ਗਰੀਬ ਮਜ਼ਲੂਮ ਦੇ ਹੱਕ ਲਈ ਖੜਦੇ ਆ। ਅਸੀਂ ਜਦੋਂ ਗਰੀਬਾਂ ਨੂੰ ਮੰਦਰਾਂ ਵਿੱਚੋਂ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਜਾਂਦਾ ਸੀ, ਉਹਨਾਂ ਲਈ ਖੜੇ ਅਸੀਂ, ਉਹਨਾਂ ਨੂੰ ਕਿਹਾ ਆਓ ਤੇ ਤੁਹਾਨੂੰ ਵਾਹਿਗੁਰੂ ਦਾ ਨਾਮ ਜਪਾ ਦਿੰਦੇ ਆ, ਤੁਸੀਂ ਵੀ ਤਰ ਜਾਓ। ਤਾਂ ਤੁਹਾਡਾ ਰਾਜ ਚੱਲਦਾ ਏ, ਤੁਹਾਡੇ ਰਾਜੇ ਜਦੋਂ ਦੁਨੀਆ ਦੇ ਉੱਤੇ ਗੁਨਾਹ ਕਰਦੇ ਨੇ, ਗਰੀਬਾਂ ਨੂੰ ਲੁੱਟਦੇ ਨੇ,
ਧੀਆਂ ਭੈਣਾਂ ਦੀ ਇੱਜ਼ਤਾਂ ਰੋਲਦੇ ਨੇ ਤੁਹਾਡੇ ਨਵਾਬ, ਵੱਡੇ ਸ਼ਾਹ, ਤੁਹਾਡੇ ਸਿਪਾਹੀ, ਫਿਰ ਉਹਨਾਂ ਨੂੰ ਅਸੀਂ ਗੱਡੀ ਚੜਾਉਂਦੇ ਆ, ਬਦਲਾ ਲੈਂਦੇ ਆ। ਗਰੀਬ ਵਿਚਾਰੇ ਕਿਹਦੇ ਕੋਲੇ ਜਾਣ? ਤੁਹਾਡੇ ਰਾਜਿਆਂ ਕੋਲੇ ਆਉਂਦੇ ਨੇ ਤੇ ਰਾਜੇ ਨਿਆਂ ਨਹੀਂ ਕਰਦੇ, ਫਿਰ ਅਸੀਂ ਨਿਆਂ ਕਰਦੇ ਆ। ਵਾਹਿਗੁਰੂ ਕਾ ਲਾਲ ਹਰ ਇੱਕ ਹਮਕੋ ਪਿਆਰਾ ਹੈ, ਮੁਨਕਰ ਹੈ ਜੋ ਖੁਦਾ ਸੇ ਵੋ ਦੁਸ਼ਮਨ ਹਮਾਰਾ ਹੈ। ਜਿਹਨੂੰ ਵਾਹਿਗੁਰੂ, ਜਿਹੜਾ ਮੁਨਕਰ ਹੈ ਵਾਹਿਗੁਰੂ ਤੋਂ, ਤੇ ਉਹ ਸਾਡਾ ਦੁਸ਼ਮਣ ਹੈ। ਬਸ ਭਗਤੀ ਅਕਾਲ ਪੁਰਖ ਕੀ ਜਿਸ ਵੀ ਵਿਸਾਰਾ ਹੈ, ਰਾਜਾ ਹੋ ਸ਼ਾਹ ਹੋ ਹਮੇ ਉਸ ਸੇ ਕਿਨਾਰਾ ਹੈ। ਭਾਵੇਂ ਉਹ ਰਾਜਾ ਹੈ, ਭਾਵੇਂ ਬਾਦਸ਼ਾਹ ਹੈ, ਭਾਵੇਂ ਦੁਨੀਆ ਜਿੱਤੀ ਬੈਠਾ ਹੈ, ਪਰ ਜਿਹਨੂੰ ਪ੍ਰਮਾਤਮਾ ਨਾਲ ਪਿਆਰ ਨਹੀਂ, ਨੇਕੀ ਨਾਲ ਪਿਆਰ ਨਹੀਂ, ਚੰਗੇ ਅਸੂਲਾਂ ਨਾਲ ਪਿਆਰ ਨਹੀਂ, ਉਹ ਤੋਂ ਸਾਡਾ ਕਿਨਾਰਾ ਹੈ, ਉਹਦੀ ਸਾਡੇ ਨਾਲ ਲੱਗਦੀ ਹੈ। ਅਸੀਂ ਨਹੀਂ ਚਾਹੁੰਦੇ, ਅਸੀਂ ਕਹਿੰਦੇ ਆ ਉਹਨਾਂ ਦੇ ਤਖਤ ਉੱਜੜ ਜਾਵਣ, ਕੋਈ ਨੇਕ ਬਾਦਸ਼ਾਹ ਬੈਠੇ ਆ ਕੇ ਲੋਕਾਂ ਦਾ ਭਲਾ ਕਰੇ। ਕਰਤਾਰ ਕੋ ਰਿਝਾਏਂਗੇ ਜੋ ਪਾਸ ਹੈ ਵਹੀ, ਪੂਜੇਗਾ ਜੋ ਬੂਤੋਂ ਕੋ ਬਸ ਰਨਾਸ ਹੈ ਵਹੀ। ਅਸੀਂ ਤੇ ਇੱਕ ਅਕਾਲ ਪੁਰਖ ਦੇ ਪੁਜਾਰੀ ਹਾਂ। ਬਸ ਰੋਕਾ ਜੋ ਜ਼ੁਲਮ ਸੀ ਤੋ ਮੁਸਲਮਾਨ ਵਿਗੜ ਗਏ। ਰਾਜੇ ਸੀ ਨਾ ਮੁਸਲਮਾਨ, ਜ਼ੁਲਮ ਕਰਨ ਤੋਂ ਰੋਕਿਆ ਰਾਜਿਆਂ ਨੂੰ, ਤੇ ਉਹ ਸਾਡੇ ਨਾਲ ਵਿਗੜ ਗਏ। ਸਾਨੂੰ ਕਿਉਂ ਰੋਕਦੇ ਨੇ? रोका जो जुल्म से तो मुसलमान बिगड़ गए, बुत को बुरा कहा तो जे हिंदू बिटर गए। क्योंकि गुरबाणी दे विच गुरु नानक साहिब महाराज जी ने सब तो पहला कहते जिन्ना चिकर है जेड़े धर्म नूं लोक नहीं ना समझते, जेड़े धर्म दे विच पखंड पिया होया, जिन्ना चिकर लोग पखंड तो बाहर नहीं ना आउंदे, उन्ना चिकर इन्हां नूं गिद्दड़ां नूं शेर नहीं बना सकते। पहला इन्हां दे मन दा डर दूर करना पवेगा। धर्मी लोग डरा के नरकां स्वर्गां दा लालच दे के देवी देवते राहू केतुआं दा डर दे के इन्हां नूं लुट रहे ने, डरा रहे ने। इस डर करके ये बंदे बोलदे नहीं, चुप कर जाते हैं। इस करके पहला उन्होंने मन का डर दूर करना है। चार उदासियां गुरु नानक देव महाराज जी ने हरेक खिते विच जाके हरेक धर्म के लोगों कोल जाके उन्होंने समझाउणा कीता, भाई सही धर्म ते आओ। धर्म दे हरेक थां ते जा के उन्होंने जिहड़ी लोग पूजा करते सन उन्होंने समझाउणा कीता, ये सच्ची पूजा नहीं है, सच्ची पूजा करो। कर्म कांडां विचों लोकां नूं कढिया। हौली हौली गुरु नानक देव महाराज जी की सिੱਖਿਆ, 1 जामे 2 जामे 5 जामे 9 जामिਆਂ तक हौसले बख्शे, पखंड दूर होया, लोकां नूं समझाया निरंकार ऐसी सारे भरा एक बराबरी तक लैके आए। ते 10वें पातशाह जी ने फिर उन्हां नूं संतां नूं फिर सिपाही बना दिता। पहला गुरु नानक देव महाराज जी तो लैके संत बनाउण दी रीति चलती रही, ते 6वें पातशाह जी ने परख के वेखना कि देखिए हुण शेर बन गए, ते वेखिया हुण हाँ हुण कुछ बदली आ चुकी है इन्हां लोकां विच। हुण धर्मां दा पाया होया डर जाल है जिहड़ा वो दूर हो गया है। हुण नहीं डरनगे किसी तो। इस करके रोका जो जुल्म से तो मुसलमान बिगड़ गए। जे उन्होंने जुल्म करन तो रोकिया तो उन्होंने साडे नाल बैर वधा लिया। बुत को बुरा कहा तो जे हिंदू बिटर गए, तेगा निकाला हमने तो सब जोश झड़ गए। फिर जदों असी खंडा चकिया तो फिर सारे जेड़े वध के आउंदे सी ना मूर नूं पिछे नूं हटण लग पे सारे। चिड़ियों से बाज रन में नदामत से गड़ गए, फौजों पे नाज है इन्हें उन्हें देवी का मान है। आ जेड़े मुसलमान ने इन्हां नूं अपनियां फौजां दे उत्ते हरख है, नाज है भी साडे कोल तकड़ियां फौजां,
ਤਕੜੇ ਤਕੜੇ ਸਾਡੇ ਕੋਲੇ ਵਜ਼ੀਰ ਸਿਪਾਹੀ ਨੇ, ਤੇ ਉਹ ਜਿਹੜੇ ਦੂਜੇ ਹਿੰਦੂ ਲੋਕ ਨੇ ਉਹਨਾਂ ਨੂੰ ਦੇਵੀ ਦੇਵਤਿਆਂ ਤੇ ਮਾਣ ਹੈ, ਉਹ ਦੇਵੀ ਦੇਵਤਿਆਂ ਦੀ ਪੂਜਾ ਕਰਦੇ ਨੇ। ਉਹ ਕਲਗੀਧਰ ਪਾਤਸ਼ਾਹ ਜੀ ਨੇ ਇਹ ਵੀ ਵਹਿਮ ਕੱਢਿਆ ਸੀ ਇਹਨਾਂ। ਉਹ ਕੋਲ ਹੀ ਆਨੰਦਪੁਰ ਦੇ ਨਾਲ ਹੀ ਪਹਾੜੀ ਦੇ ਉੱਤੇ ਲੋਕ ਨੈਣਾ ਦੇਵੀ ਜਾਂਦੇ ਨੇ। ਕਾਸੀ ਤੋਂ ਬ੍ਰਾਹਮਣ ਸੱਦੇ ਸੀ, ਉਹ ਕਹਿੰਦੇ ਅਸੀਂ ਦੇਵੀ ਪ੍ਰਗਟ ਕਰ ਦੇਵਾਂਗੇ। ਸਤਿਗੁਰੂ ਕਹਿੰਦੇ ਠੀਕ ਹੈ ਭਾਈ, ਦੇਵੀ ਪ੍ਰਗਟ ਕਰੋ। 7-8 ਮਹੀਨੇ ਲਗਾਤਾਰ ਜੱਗ ਚੱਲਦਾ ਰਿਹਾ ਸੀ, ਸਮੱਗਰੀ ਦੀ ਕੋਈ ਘਾਟ ਨਹੀਂ ਸੀ ਆਉਣ ਦਿੱਤੀ ਗੁਰੂ ਗੋਬਿੰਦ ਸਿੰਘ ਜੀ ਨੇ। ਜੇ ਉਹ ਇੱਕ ਮਣ ਮੰਗਦੇ ਸੀ ਦੇਸੀ ਘਿਓ, ਤੇ ਸਤਿਗੁਰੂ 10 ਮਣ ਇਕੱਠਾ ਕਰਕੇ ਦੇ ਦਿੰਦੇ ਸੀ। ਰਸਤ ਸਮੱਗਰੀ ਮੰਗਦੇ ਸੀ, ਜੇ ਉਹ 1 ਮਣ ਮੰਗਦੇ ਸੀ ਤੇ ਸਤਿਗੁਰੂ ਜੀ ਰਸਤ ਸਮੱਗਰੀਆਂ 10 ਮਣ ਦੇ ਦਿੰਦੇ ਸੀ। ਲਿਆਓ ਜਿਹੜੇ ਵਿਦਵਾਨ ਨੂੰ ਸਦਨਾ, ਕਾਸ਼ੀ ਦੇ ਉੱਤਮ ਪਹੁੰਚੇ ਹੋਏ ਵਿਦਵਾਨ ਹਿੰਦੂ ਪਹੁੰਚੇ ਸੀ, ਦੇਵੀ ਦੀ ਪੂਜਾ ਕਰਦੇ ਸੀ। ਤੇ ਅਖੀਰ ਸਾਰੇ ਜਾਣੇ ਸਤਿਗੁਰੂ ਕਹਿੰਦੇ ਭਾਈ ਹੋਰ ਕਿੰਨਾ ਕੁ ਟਾਈਮ ਲੱਗੂ, ਇੰਨਾ ਟਾਈਮ ਦੇਵੀ ਨੂੰ ਪ੍ਰਗਟ ਕਰਨ ਲੱਗੇ ਆ। ਕਹਿੰਦੇ ਮਹਾਰਾਜ ਹੁਣ ਚੱਲਦਾ ਨਹੀਂ ਕੋਈ, ਬਸ ਸ਼ਾਇਦ ਐ ਸੀ ਵੀ 1-2-4 ਦਿਨ 10 ਦਿਨ ਮਹੀਨਾ ਠਹਿਰ ਕੇ ਆਪੀ ਕਹਿ ਹਟ ਜਾਣਗੇ ਮਹਾਰਾਜ, ਆਪੀ ਐਵੇਂ ਗੱਲਾਂ ਠੀਕ ਹੈ। ਪਰ ਹੁਣ 8-9 ਮਹੀਨੇ ਹੋ ਗਏ ਤੇ ਸਤਿਗੁਰੂ ਕਹਿੰਦੇ ਭਾਈ ਹੋਰ ਕਿਸੇ ਚੀਜ਼ ਦੀ ਘਾਟ ਆ ਦੱਸੋ। ਤੇ ਮਹਾਰਾਜ ਕਹਿੰਦੇ ਹੁਣ ਇੱਥੇ ਇੱਕ ਬਲੀ ਦੇਣੀ ਪੈਂਦੀ ਹੈ, ਬੰਦੇ ਦੀ ਬਲੀ ਦੇਣੀ ਪਵੇਗੀ, ਕੋਈ ਚੰਗਾ ਬੰਦਾ ਹੋਵੇ, ਸਭ ਤੋਂ ਚੰਗਾ, ਜਿਹਦੇ ਵਿੱਚ ਕੋਈ ਫਰੇਬ ਨਾ ਹੋਵੇ, ਵਿਦਵਾਨ ਹੋਵੇ ਚੰਗਾ। ਸ਼ਾਇਦ ਸਤਿਗੁਰੂ ਪਿੱਛੇ ਹਟ ਜਾਵਣਗੇ। ਫਿਰ ਸਤਿਗੁਰੂ ਕਹਿੰਦੇ ਭਾਈ ਤੋਂ ਹੱਥੋਂ ਚੰਗਾ ਕੌਣ ਹੋ ਸਕਦਾ, ਇਤਨੇ ਵਿਦਵਾਨ ਪਹੁੰਚੇ ਹੋਏ ਹੋ, ਦੇਵੀ ਪ੍ਰਗਟ ਕਰਨੀ ਹੈ, ਕਰੋ ਫਿਰ ਤੁਸੀਂ। ਇੱਕ ਇੱਕ ਕਰਕੇ ਸਾਰੇ ਖਿਸਕ ਗਏ ਸੀ, ਦੇਵੀ ਪ੍ਰਗਟ ਨਹੀਂ ਸੀ ਹੋਈ। ਨੈਣਾ ਦੇਵੀ ਦੇ ਪਹਾੜ ਦੇ ਉੱਪਰ ਅਜੇ ਵੀ ਉਹ ਹਵਨ ਕੁੰਡ ਦੀ ਜਗ੍ਹਾ ਬਣੀ ਹੋਈ ਹੈ, ਪਰ ਉਸ ਹੁਣ ਦੇ ਪਾਂਡਿਆਂ ਨੇ ਲੁਕੋ ਦਿੱਤਾ ਸਾਰਾ ਕੁਝ, ਕਿਸੇ ਨੂੰ ਇਤਿਹਾਸ ਨਾ ਪਤਾ ਲੱਗ ਜੇ, ਲੋਕ ਆਉਣ ਦੇਵੀ ਦੇ ਚਰਨਾਂ ਵਿੱਚ ਨਮਸਕਾਰਾਂ ਕਰਨ, ਸਾਡੀ ਪੂਜਾ ਅਰਚਨਾ ਚੱਲਦੀ ਰਹੇ ਐਵੇਂ ਜ਼ਿਕਰੀ। ਪਰ ਉਹ ਇਤਿਹਾਸ ਬਹੁਤ ਘੱਟ ਲੋਕਾਂ ਨੂੰ ਸੁਣਾਇਆ ਜਾਂਦਾ ਹੈ। ਦੇਵੀ ਪ੍ਰਗਟ ਨਹੀਂ ਸੀ ਹੋਈ। ਫਿਰ ਸਤਿਗੁਰੂ ਨੇ ਜੇ ਭੱਜ ਗਏ ਸਾਰੇ ਇੱਕ ਇੱਕ ਕਰਕੇ, ਕੋਈ ਨਹੀਂ ਸੀ ਰਿਹਾ ਉੱਥੇ। ਫਿਰ ਗੁਰੂ ਪਾਤਸ਼ਾਹ ਜੀ ਨੇ ਖੁਦ ਆਪ ਜਿੰਨੀ ਹਵਨ ਪਿਆ ਸੀ, ਜਿੰਨੀ ਸਮੱਗਰੀ ਪਈ ਸੀ, ਜਿੰਨਾ ਘਿਓ ਪਿਆ ਸੀ, ਸਾਰਾ ਹਵਨ ਜੀ ਰੋੜ ਦਿੱਤਾ। ਉੱਟੀਆਂ ਉੱਚੀਆਂ ਲਾਟਾਂ ਨਿਕਲੀਆਂ ਸੀ ਅੱਗ ਦੀਆਂ। ਉਹ ਦੂਰੋਂ ਕਹਿੰਦੇ ਸੀ ਦੇਵੀ ਪ੍ਰਗਟ ਹੋ ਗਈ, ਦੇਵੀ ਪ੍ਰਗਟ ਹੋ ਗਈ। ਫਿਰ ਗੁਰੂ ਜੀ ਨੇ ਹੱਥ ਵਿੱਚ ਸ਼੍ਰੀ ਸਾਹਿਬ ਚੱਕਿਆ ਸੀ। ਆਹ ਦੇਵੀਆਂ ਤੁਹਾਡੀ ਰਕਸ਼ਾ ਨਹੀਂ ਕਰ ਸਕਦੀਆਂ, ਆਹ ਦੇਵੀ ਜਿਹੜੀ ਹੱਥ ਵਿੱਚ, ਇਹ ਤੁਹਾਡੀ ਔਖੇ ਵੇਲੇ ਰਕਸ਼ਾ ਕਰੇਗੀ। ਕਿੱਥੇ 8-9 ਮਹੀਨੇ ਪੂਜਾ ਕਰੋਗੇ, ਉਦੋਂ ਨੂੰ ਅਗਲਾ ਗਲ ਵੱਢ ਕੇ ਤੁਰ ਜੂ। ਆ ਜਿਹੜੀ ਹੱਥ 'ਚ ਪਈ ਹੈ ਇਹਨਾਂ, ਤੇ ਇਹਨੇ ਤੁਹਾਡੀ ਰਕਸ਼ਾ ਕਰਨੀ ਹੈ। ਸਿੱਖਾਂ ਨੂੰ ਸਮਝਾਇਆ ਸੀ, ਇਹ ਹੈ ਦੇਵੀ ਅਸਲੀ ਚੰਡਕਾ, ਇਹਨੂੰ ਕਹਿੰਦੇ ਨੇ ਚੰਡਕਾ, ਇਹ ਹੈ ਦੇਵੀ ਅਸਲੀ ਸ਼੍ਰੀ ਸਾਹਿਬ। ਰਹੋ ਵਿਚਾਰ। ਤੇ ਇੱਧਰ ਬੱਚੇ ਕਹਿ ਰਹੇ ਨੇ ਫੌਜੋਂ ਪੇ ਨਾਜ਼ ਹੈ ਉਹਨੇ, ਇਹਨਾਂ ਨੂੰ ਫੌਜਾਂ ਤੇ ਨਾਜ਼ ਹੈ ਆਪਦੀਆਂ, ਤੇ ਤਕੜੇ ਨੇ। ਉਹਨੇ ਦੇਵੀ ਕਾ ਮਾਣ ਹੈ, ਉਹਨਾਂ ਨੂੰ ਦੇਵੀ ਦਾ ਮਾਣ ਹੈ, ਦੇਵੀ ਦੇਵਤਿਆਂ ਦਾ। ਆਸਕ ਹੈ ਹਮ ਖੁਦਾ ਕੀ ਹਥੇਲੀ ਪੇ ਜਾਣ ਹੈ, ਨਾ ਸਾਨੂੰ ਆਪਣੀਆਂ ਫੌਜਾਂ ਤੇ ਨਾਜ਼ ਹੈ, ਨਾ ਸਾਨੂੰ ਕਿਸੇ ਦੇਵੀ ਦੇਵਤਿਆਂ ਤੇ ਨਾਜ਼ ਹੈ। ਅਸੀਂ ਤੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਪ੍ਰੇਮੀ ਹਾਂ, ਤੇ ਉਹਦੀ ਯਾਦ ਵਿੱਚ ਸਾਨੂੰ ਆਪਣੀ ਜਾਨ ਤੱਕ ਦੇਣੀ ਪਵੇ ਤੇ ਹਾਜ਼ਰ ਹੈ। ਇਹ ਤਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਪਹਿਲਾਂ ਹੀ ਕਹਿ ਦਿੱਤਾ ਸੀ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਇਤ ਮਾਰਗ ਪੈਰ ਧਰੀਜੇ ਸਿਰ ਦੀਜੈ, ਕਾਣ ਨਾ ਕੀਜੈ। ਪਹਿਲਾਂ ਕਬੂਲ ਲਿਆ ਸੀ ਮੇਰੇ ਗੁਰੂ ਨੇ, ਮੌਤ ਜਾਨ ਪਿਆਰੀ ਤਾਂ ਨਹੀਂ, ਮੌਤ ਆਵੇਗੀ ਇੱਕ ਦਿਨ। ਆ ਬੱਚਿਆਂ ਦੀਆਂ ਜੁਰਤ ਵੇਖਦੇ ਨੇ, ਅਜੇ ਵੀ ਬੱਚੇ ਕਹਿੰਦੇ ਨੇ ਤੁਸੀਂ ਤੌਬਾ ਕਰ ਲਓ, ਤੁਸੀਂ ਤੌਬਾ ਕਰੋ, ਅਸੀਂ ਤੇ ਖੜੇ ਹਾਂ, ਤੁਸੀਂ ਤੌਬਾ ਕਰੋ। ਤੌਬਾ ਕਰੋ ਤੇ ਜੇ ਤਖਤ ਤੁਮਾਰੇ ਬਣੇ ਰਹੇ, ਅਜੇ ਵੀ ਛੱਡ ਦੋ ਗੁਨਾਹ ਕਰਨੇ, ਚੰਗੇ ਕੰਮ ਕਰਨ ਲੱਗ ਜਾਓ। ਅਫਸਰ ਜੇ ਸਾਹੀ
रखत तुम्हारे बने रहे, बिगड़ो ना हमसे वक्त तुम्हारे बने रहे। ਤੇ ਜੇ ਤੁਸੀਂ ਸਾਡੇ ਨਾਲ ਵਿਗੜ ਗਏ ਤੇ ਇੱਥੇ ਨਾਮੋ ਨਿਸ਼ਾਨ ਮਿਟ ਜਾਵੇਗਾ। सच को मिटाओगे तो मिटोगे जहान से, डरता नहीं अकाल सहनशाह की शान से। ਅਸੀਂ ਜਿਹਦੇ ਪਿਆਦੇ ਆ, ਜਿਹਦੇ ਅਸੀਂ ਪਿਆਰੇ ਆ, ਤੁਹਾਨੂੰ ਡਰ ਨਹੀਂ ਉਹਦਾ? ਉਹ ਕੁਝ ਵੀ ਕਰ ਸਕਦਾ ਹੈ, ਉਹਨੂੰ ਫੌਜਾਂ ਦੀ ਲੋੜ ਨਹੀਂ ਹੈ। उपदेश अपना सुन लो जरा दिल के कान से, हम कह रहे हैं तुमको खुदा की जुबान से। बच्चे कह रहे हैं, ਐ ਸਮਝ ਲਿਓ ਅਸੀਂ ਖੁਦਾ ਦੀ ਜ਼ੁਬਾਨ ਤੋਂ ਤੁਹਾਨੂੰ ਕਹਿ ਰਹੇ ਆ, ਲਲਕਾਰ ਰਹੇ ਆ। ਬਾਜ ਆਓ ਸਰ ਸੇ, हिंदू मुसलमान हो कोई हो, पंडित हो मौलवी हो ਜਾਂ ਆਲਮ ਹੋ ਕੋਈ ਹੋ, ਜੋ ਵੀ ਹੋ ਤੁਸੀਂ, ਜਿਹੜਾ ਵੀ ਉਸ ਪਰਮਾਤਮਾ ਦੇ ਰਾਹ ਤੇ ਚਲਦਿਆਂ ਨੂੰ ਦੁਖੀ ਕਰੇਗਾ, ਪਰਮਾਤਮਾ ਉਹਨੂੰ ਨਹੀਂ ਬਖਸ਼ੇਗਾ, ਨਹੀਂ ਬਖਸ਼ੇਗਾ। ਬੱਚਿਆਂ ਦੀਆਂ ਆ ਗੱਲਾਂ ਸੁਣ ਕੇ ਨਾ ਕਹਿੰਦੇ ਨੇ ਸਾਰਿਆਂ ਦੇ ਹੋਸ਼ ਉੱਡ ਗਏ। ਇੱਧਰ ਵਜ਼ੀਰ ਖਾਂ ਜਿਹੜਾ ਉਹ ਵੀ ਨੀਵੀਂ ਪਾ ਕੇ ਬਹਿ ਗਿਆ। ਆ ਬੱਚਿਆਂ ਨੂੰ ਕੌਣ ਜਿੱਤੇ? ਇਹਨਾਂ ਦੀਆਂ ਗੱਲਾਂ ਦਾ ਜਵਾਬ ਹੀ ਨਹੀਂ ਕਿਸੇ ਕੋਲ। ਉਸੇ ਵੇਲੇ ਕਹਿੰਦੇ ਸੁੱਚਾ ਆਨੰਦ ਕੋਲ ਬੈਠਾ ਹੈ। क्या खूब है नवाब भी बातों में आ गए। मुस्कुरा के कहता है नवाब जी तुसी सिर नीवा करके बह गए, बच्चों के सामने बोलते ही नहीं कुछ, इन्हां गल्लां च आ गए, बड़ियां मोहनियां गल्लां करते ने बच्चे। उस बुत सिकन के बच्चों की घातों में आ गए, सरदार हो के आप भी लातों में आ गए। संभलो अपने आप को संभालो, संभलो कहीं जवाल के हाथों में आ गए। कहते हैं जे तो बुरा सह हिंदुस्तान को, तुम देखते हो रहम से क्यों इनकी जान को। ਇਹ ਤਾਂ ਹਿੰਦੁਸਤਾਨ ਦੇ ਬਾਦਸ਼ਾਹ ਔਰੰਗਜ਼ੇਬ ਨੂੰ ਤੁਹਾਡੇ ਸਾਹਮਣੇ ਨਿੰਦੀ ਜਾਂਦੇ ਨੇ, ਤੁਹਾਡੇ ਸਾਹਮਣੇ ਖਰੀਆਂ ਸੁਣਾਈ ਜਾਂਦੇ ਨੇ, ਤੁਸੀਂ ਇਹਨਾਂ ਦੀਆਂ ਗੱਲਾਂ 'ਚ ਆ ਗਏ। ਦੇਖਿਓ ਇਹਨਾਂ ਦੀਆਂ ਗੱਲਾਂ ਦੇ ਵਿੱਚ ਨਾ ਆ ਜਾਇਓ। ਇਹਨਾਂ ਬੱਚਿਆਂ ਨੂੰ ਮੈਂ ਕਹਿਣਾ ਹੁਣੇ ਇਹਨਾਂ ਨੂੰ ਸਜ਼ਾ ਦਿਓ। ਤੇ ਉਸ ਵੇਲੇ ਕਹਿੰਦੇ ਨੇ ਦੋ ਮਰੇਲਕੋਟਲੇ ਦੇ ਭਰਾ ਸੀ ਨਵਾਬ, ਜਿਨ੍ਹਾਂ ਦਾ ਪਿਤਾ ਸੀ ਨਾ ਉਹ ਜੰਗ ਦੇ ਵਿੱਚ ਚਮਕੌਰ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਤੀਰ ਖਾ ਕੇ ਮਰ ਗਿਆ ਸੀ। ਉਹਨਾਂ ਨੂੰ ਵੀ ਗੁੱਸਾ ਸੀ ਸਾਡਾ ਪਿਤਾ ਮਾਰਤਾ। दो भाई थे खान व खिजर, खान पठान थे मरेट कोटला के बहु मशहूर खान थे। एक रोज आके रन में लड़े कुछ जवान थे, गोविंद इनके बाप की ले बैठे जान थे। जोगी जी लिखते ने जिद्दे जंग होया सी ना मैदान दे विच गुरु गोबिंद सिंह महाराज जी दे हत्थों इन्हां दा पिता चला गया सी। नाज़म ने सुच्चा नंद ने उससे कहा कि लो बदला पिदर का, इनके लहू को बहा के लो। उमरेल कोटले दे दोने भरा ने जेड़े शेर खां, शेर मुहम्मद खां ते खिजर खां, वो दोनों बैठे ने गे। उन्होंने दोनों नूं सद्दिया। उन्हां वल सुच्चा नंद कहंदा है, कहंदा ਤੁਸੀਂ ਆਪਦੇ ਪਿਤਾ ਦਾ ਬਦਲਾ ਲਓ ਬੱਚਿਆਂ ਤੋਂ। ਇਹਨਾਂ ਦੇ ਪਿਤਾ ਨੇ ਤੁਹਾਡੇ ਪਿਤਾ ਨੂੰ ਮਾਰਿਆ ਹੈ ਤੇ ਤੁਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬੱਚਿਆਂ ਨੂੰ ਮਾਰਦੇ ਹੋ, ਬਦਲਾ ਲੈ ਲਓ ਆਪਦਾ। ਪਰ ਉਹ ਕਹਿੰਦੇ ਉਸੇ ਵੇਲੇ ਉੱਠ ਕੇ ਦੋਨੋਂ ਕਹਿੰਦੇ ਸ਼ਰਮ ਨਹੀਂ ਆਉਂਦੀ ਤੈਨੂੰ? ਸਾਡਾ ਧਰਮ ਨਹੀਂ ਸਾਨੂੰ ਇਹ ਕਹਿੰਦਾ, साडा मन नहीं ये गल कहंदा। कहने लगे वो तुम तो निहायत जलील हो। सुच्चा नंद नूं कहंदे तू तां बहुत जलील बंदा है बई, इन्नियां जलील भरियां गल्लां करदा है। नमर्दी की बताते जही को सवील है। असी भला इन्हां दे
ਬੱਚਿਆਂ ਨੂੰ ਕਿਉਂ ਮਾਰੀਏ? ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਡੇ ਪਿਤਾ ਨੂੰ ਮਾਰਿਆ ਹੈ ਤੇ ਅਸੀਂ ਜਵਾਬ ਵੀ ਗੁਰੂ ਗੋਬਿੰਦ ਸਿੰਘ ਤੋਂ ਲਵਾਂਗੇ। ਅਸੀਂ ਜਵਾਬ ਵੀ ਗੁਰੂ ਗੋਬਿੰਦ ਸਿੰਘ ਤੋਂ ਲਵਾਂਗੇ। ਅਸੀਂ ਲੜਾਂਗੇ ਮੈਦਾਨ ਦੇ ਵਿੱਚ ਜਿੱਦੇ ਗੁਰੂ ਗੋਬਿੰਦ ਸਿੰਘ ਸਾਹਮਣੇ ਹੋਇਆ, ਲਲਕਾਰਾਂਗੇ ਉਹਨੂੰ। ਪਰ ਸਾਡੇ ਕਿਤਾਬ ਦੇ ਵਿੱਚ, ਸਾਡੇ ਕਾਨੂੰਨ ਦੇ ਵਿੱਚ ਇਹ ਨਹੀਂ ਲਿਖਿਆ ਹੋਇਆ ਕਿ ਬੱਚਿਆਂ ਤੇ ਬਜ਼ੁਰਗਾਂ ਤੇ ਕੋਈ ਹਮਲਾ ਕਰੀਏ, ਕਿਉਂਕਿ ਸਰਾਂ ਵੀ ਕਹਿੰਦੀ ਹੈ ਨਾ, ਸਰਾਂ ਦੇ ਵਿੱਚ ਵੀ ਲਿਖਿਆ ਵੀ ਬੱਚਿਆਂ ਤੇ ਬਜ਼ੁਰਗਾਂ ਦੇ ਉੱਤੇ ਉਹਨਾਂ ਨੂੰ ਦੁੱਖ ਨਹੀਂ ਦੇਣਾ। ਸਰਾਂ ਦੇ ਵਿੱਚ ਵੀ ਲਿਖਿਆ ਕਿਸੇ ਸਰਾਂ ਦੇ ਵਿੱਚ ਵੀ ਲਿਖਿਆ ਵੀ ਕੋਈ ਬੱਚਾ ਹੋਵੇ ਤੇ ਬਜ਼ੁਰਗ ਹੋਵੇ ਤੇ ਉਹਨੂੰ ਦੁੱਖ ਨਹੀਂ ਦੇਣਾ ਹੈ। ਤੇ ਦੋਨੋਂ ਭਰਾ ਕਹਿੰਦੇ ਨਾ ਬਈ ਅਸੀਂ ਨਹੀਂ ਇਹ ਕੰਮ ਕਰਨਾ, ਤੁਸੀਂ ਜਾਣੋ, ਤੁਹਾਡਾ ਕੰਮ ਜਾਣੇ। ਤੇ ਉਹ ਦੋਨੋਂ ਭਰਾ ਉਸੇ ਵੇਲੇ ਹੀ ਉੱਥੋਂ ਉੱਠ ਕੇ ਚਲੇ ਗਏ। ਜਿਨ੍ਹਾਂ ਨੂੰ ਹਾਂ ਦਾ ਨਾਰਾ ਜਿਨ੍ਹਾਂ ਨੇ ਮਾਰਿਆ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਲਾਲਾਂ ਦੇ ਲਈ, ਜਿਨ੍ਹਾਂ ਦਾ ਨਾਮ ਸਦਾ ਵਾਸਤੇ ਦੁਨੀਆ ਦੇ ਵਿੱਚ ਪੱਕਾ ਹੋ ਗਿਆ ਹੈ। ਤੇ ਇਧਰੋਂ ਫਿਰ ਪੁੱਛਦਾ ਏ, ਜਦੋਂ ਚਾਰੇ ਪਾਸਿਓਂ ਕੋਈ ਹੁਣ ਹੱਲ ਨਹੀਂ ਪੈਂਦਾ, ਕੋਈ ਹੱਥ ਨਹੀਂ ਪੈਂਦਾ, ਤੇ ਹੁਣ ਸੁੱਚਾ ਆਨੰਦ ਫਿਰ ਪੁੱਛਦਾ ਆ ਕਿ ਬੱਚਿਓ ਜੇ ਤੁਹਾਨੂੰ ਰਿਹਾ ਕਰ ਦਈਏ ਫਿਰ ਕੀ ਕਰੋਗੇ? ਤੇ ਬੱਚੇ ਕਹਿੰਦੇ ਉਹੀਓ ਕੰਮ ਜਿਹੜਾ ਕੰਮ ਸਾਡਾ ਬਾਪੂ ਕਰਦਾ ਰਿਹਾ ਹੈ, ਫੌਜ ਇਕੱਠੀ ਕਰਾਂਗੇ, ਤੁਹਾਡੇ ਸੈਨਿਕ ਅਸੀਂ ਮਾਰ ਦਿੱਤੇ, ਸਾਰੇ ਸਿੰਘ ਮਾਰ ਦਿੱਤੇ। ਬੱਚੇ ਕਹਿੰਦੇ ਅਸੀਂ ਨਵੇਂ ਸਿਰੇ ਤੋਂ ਭਰਤੀ ਕਰ ਲਵਾਂਗੇ। ਜਿੰਨਾ ਚਿਕਰ ਇਹ ਸਰਕਾਰਾਂ ਸਮੇਂ ਦੀਆਂ ਜ਼ੁਲਮ ਕਰਦੀਆਂ ਰਹਿਣਗੀਆਂ ਤੇ ਅਸੀਂ ਉਹਨਾਂ ਚਿਕਰ ਖੜੇ ਰਵਾਂਗੇ, ਡਟੇ ਰਵਾਂਗੇ, ਜੰਗ ਕਰਦੇ ਰਵਾਂਗੇ। ਮੌਤ ਆ ਜਾਵੇਗੀ ਕੋਈ ਗੱਲ ਨਹੀਂ, ਜੇ ਤੁਹਾਨੂੰ ਅਸੀਂ ਫਿਰ ਰਿਹਾ ਕਰ ਦਈਏ, ਫਿਰ ਫੜ ਲਈਏ, ਫਿਰ ਰਿਹਾ ਕਰ ਦਈਏ। ਬੱਚੇ ਬਾਰ-ਬਾਰ ਕਹਿੰਦੇ ਨੇ ਜੋ ਮਰਜ਼ੀ ਕਰੋ, ਅਸੀਂ ਉਹਨਾਂ ਚਿਕਰ ਲੜਦੇ ਰਵਾਂਗੇ ਜਿੰਨਾ ਚਿਕਰ ਜ਼ੁਲਮ ਖਤਮ ਨਹੀਂ ਹੁੰਦਾ। ਇਹ ਜ਼ੁਲਮੀ ਰਾਜ ਦੀਆਂ ਨੀਹਾਂ ਨਹੀਂ ਪੁੱਟੀਆਂ ਜਾਂਦੀਆਂ, ਅਸੀਂ ਲੜਦੇ ਰਵਾਂਗੇ ਆਪਣੇ ਪਿਤਾ ਦੇ ਵਾਂਗ। ਜਿਵੇਂ ਸਾਡੇ ਪਿਤਾ ਲੜਦੇ ਰਹੇ ਨੇ ਇਸ ਜ਼ੁਲਮ ਦੇ ਖਿਲਾਫ, ਅਸੀਂ ਵੀ ਲੜਦੇ ਰਵਾਂਗੇ। ਉਸੇ ਵੇਲੇ ਸੁੱਚੇ ਆਨੰਦ ਨੇ ਫਿਰ ਵਜ਼ੀਰ ਖਾਨ ਨੂੰ ਕਿਹਾ, ਕਿਉਂ ਨਵਾਬ ਵੇਖਿਆ ਛੋਟੇ ਬੱਚੇ ਛੋਟੇ ਨੇ, ਸੱਪ ਦੇ ਬੱਚੇ ਸੱਪ ਹੀ ਹੁੰਦੇ ਨੇ, ਸਪੋਲੀਏ ਨੇ, ਇਹਨਾਂ ਦਾ ਜੰਮਦਿਆਂ ਦਾ ਮੂੰਹ ਹੁਣੇ ਬੰਦ ਕਰ ਦਿਓ, ਹੁਣੇ ਕੱਟ ਦਿਓ, ਨਹੀਂ ਤੇ ਵੱਡੇ ਹੋ ਕੇ ਤੰਗ ਕਰਨਗੇ। ਜੰਮਦੀਆਂ ਸੂਲਾਂ ਦੇ ਮੂੰਹ ਤਿੱਖੇ ਹੁੰਦੇ ਨੇ, ਸੁੱਚਾ ਆਨੰਦ ਕਹਿ ਰਿਹਾ ਹੈ ਵਜ਼ੀਰ ਖਾਨ ਨੂੰ। ਵੇਖੋ ਕਿਤੇ ਹੁਣ ਇਹਨਾਂ ਦੀਆਂ ਗੱਲਾਂ ਦੇ ਵਿੱਚ ਨਾ ਆ ਜਾਇਓ, ਇਹਨਾਂ ਬੱਚਿਆਂ ਨੂੰ ਹਰ ਹਿੱਲੇ ਮੌਤ ਦੀ ਸਜ਼ਾ ਹੋਣੀ ਚਾਹੀਦੀ ਹੈ, ਸੁੱਚਾ ਆਨੰਦ ਬੋਲਿਆ ਹੈ। ਤੇ ਵਜ਼ੀਰ ਖਾਨ ਗੱਲਾਂ ਵਿੱਚ ਆ ਗਏ ਆ, ਤੁਸੀਂ ਬਦਲਾ ਲਓ ਇਹਦੇ ਪਿਓ ਦੇ ਕੋਲੋਂ, ਇਹਦਾ ਪਿਓ ਤੇ ਬਚ ਕੇ ਨਿਕਲ ਗਿਆ ਇਹਨਾਂ ਦਾ, ਪਰ ਇਹ ਬੱਚੇ ਨਹੀਂ ਨਿਕਲਣੇ ਚਾਹੀਦੇ। ਇਹ 12 ਪੋਹ ਦੇ ਦਿਨ ਦੀ ਕਚਹਿਰੀ ਦਾ ਸਾਰਾ ਹਾਲ ਬੱਚਿਆਂ ਤੇ ਸੁੱਚਾ ਆਨੰਦ ਦੇ ਵਿੱਚ ਹੋਇਆ। ਮਰੇਲ ਕੋਟਲੇ ਦੇ ਦੋਨੇ ਭਰਾਵਾਂ ਨੇ ਹਾਂ ਦਾ ਨਾਰਾ ਮਾਰਿਆ, ਨਾ ਬਈ ਅਸੀਂ ਇਹਨਾਂ ਬੱਚਿਆਂ ਤੇ ਜ਼ੁਲਮ ਨਹੀਂ ਕਰਨਾ, ਅਸੀਂ ਬਦਲਾ ਲਵਾਂਗੇ ਇਹਨਾਂ ਦੇ ਬਾਪ ਦੇ ਕੋਲੋਂ, ਇਹਨਾਂ ਬੱਚਿਆਂ ਨੂੰ ਕਿਉਂ ਮਾਰੀਏ, ਅਸੀਂ ਨਹੀਂ ਇਹਨਾਂ ਬੱਚਿਆਂ ਤੇ ਗੁਨਾਹਗਾਰ ਬਣਦੇ। ਸ਼ਾਮਾਂ ਦਾ ਵੇਲਾ ਹੁੰਦਾ ਏ ਤੇ ਬੱਚਿਆਂ ਨੂੰ ਫਿਰ ਕਹਿੰਦੇ ਨੇ ਕਿ ਉਸੇ ਠੰਡੇ ਬੁਰਜ ਦੇ ਵਿੱਚ ਫਿਰ ਤਾੜ ਦਿੱਤਾ ਜਾਂਦਾ ਏ। ਪਰ ਅੱਜ ਕਾਜੀ ਵੱਲ ਇਸ਼ਾਰਾ ਕਰਦਾ ਏ ਵਜ਼ੀਰ ਖਾਂ, ਤੇ ਕਾਜੀ ਕਹਿੰਦਾ ਹੈ ਬੱਚੇ ਮੰਨਦੇ ਨੇ ਤਾਂ ਠੀਕ ਹੈ, ਜੇ ਨਹੀਂ ਮੰਨਦੇ ਇਹਨਾਂ ਨੂੰ ਜਿਉਂਦਿਆਂ ਨੂੰ ਨੀਹਾਂ ਵਿੱਚ ਚਿਣ ਦਿਓ। ਅੱਜ ਫਤਵਾ ਕਾਜੀ ਨੇ ਲਾ ਦਿੱਤਾ ਹੈ, ਕਾਜੀ ਨੇ ਫਤਵਾ ਲਾ ਦਿੱਤਾ ਹੈ, ਬੱਚਿਆਂ ਨੂੰ ਜਿਉਂਦਿਆਂ ਨੂੰ ਨੀਹਾਂ ਦੇ ਵਿੱਚ ਚਿਣ ਦਿਓ। ਅਸਲ ਤਾਂ ਇਹਨਾਂ ਨੂੰ ਮਨਾਓ, ਜੇ ਮੰਨ ਜਾਣ ਚੰਗੀ ਗੱਲ ਹੈ। ਬੱਚਿਆਂ ਨੂੰ ਫਿਰ ਸਮਝਾਉਂਦੇ ਆਉਂਦੇ ਨੇ, ਬੱਚਿਓ ਮੰਨ ਜਿਓ,
ਤੇ ਸ਼ਾਮ ਦਾਦੀ ਕੋਲ ਫਿਰ ਆਏ ਤੇ ਦਾਦੀ ਦੇ ਕੋਲ ਬੈਠੇ ਨੇ ਤੇ ਦਾਦੀ ਪੁੱਛ ਰਹੀ ਹੈ ਸਾਰੇ ਦਿਨ ਦਾ ਹਾਲ ਤੇ ਬੱਚੇ ਜੁਰਤ ਨਾਲ ਦੱਸਦੇ ਨੇ ਉਹਨਾਂ ਨੇ ਸਾਨੂੰ ਆਹ ਸਵਾਲ ਕੀਤਾ ਸੀ, ਆਹ ਜਵਾਬ ਦਿੱਤਾ। ਦਾਦੀ ਖੁਸ਼ ਹੁੰਦੀ ਏ, ਬਹੁਤ ਵਧੀਆ ਕੀਤਾ। ਅਖੀਰ ਵਿੱਚ ਫਤਿਹ ਸਿੰਘ ਕਹਿੰਦਾ, ਦਾਦੀ ਜੀ ਉਹ ਸਾਨੂੰ ਕਹਿੰਦੇ ਕੱਲ੍ਹ ਨੂੰ ਜਿਉਂਦਿਆਂ ਨੂੰ ਨੀਹਾਂ ਵਿੱਚ ਚਿਣ ਦੇਵਾਂਗੇ। ਦਾਦੀ ਕਹਿੰਦੀ ਹੈ ਫਿਰ ਕੀ ਹੋਇਆ? ਜਿਉਂਦਿਆਂ ਨੂੰ ਨੀਹਾਂ ਵਿੱਚ ਚਿਣਨਗੇ, ਮਾਰ ਥੋੜ੍ਹੇ ਨਾ ਦੇਣਗੇ, ਕਿਉਂਕਿ ਕੌਮ ਦੇ ਲਈ ਸ਼ਹੀਦ ਹੋਣ ਵਾਲੇ ਕਦੇ ਮਰਦੇ ਨਹੀਂ, ਉਹ ਰਹਿੰਦੀ ਦੁਨੀਆ ਤੱਕ ਰਹਿੰਦੇ ਨੇ, ਰਹਿੰਦੀ ਦੁਨੀਆ ਤੱਕ ਉਹ ਅਮਰ ਰਹਿੰਦੇ ਨੇ। ਜਿੱਥੇ ਉਹ ਆਪਣਾ ਸ਼ਹਾਦਤਾਂ ਦੇ ਜਾਂਦੇ ਨੇ ਤੇ ਉਹ ਜਗ੍ਹਾ ਸਦਾ ਵਾਸਤੇ ਅਮਰ ਹੋ ਜਾਂਦੀ ਏ। ਸੋ ਕੱਲ੍ਹ 13 ਪੋਹ ਹੈ, 13 ਪੋਹ ਨੂੰ ਬੱਚਿਆਂ ਦਾ ਸ਼ਹੀਦੀ ਦਿਹਾੜਾ ਏ। ਬੱਚਿਆਂ ਨੂੰ ਨੀਹਾਂ ਦੇ ਵਿੱਚ ਚਿਣ ਕੇ ਕਿਵੇਂ ਸ਼ਹੀਦ ਕੀਤਾ ਉਹਦੀ ਵਾਰਤਾ ਕੱਲ੍ਹ ਨੂੰ ਆਪਾਂ ਵਿਚਾਰ ਕਰਨੀ ਹੈ। ਕੱਲ੍ਹ ਦਾ ਅਖੀਰੀ ਦਿਨ ਹੈ, ਲਾਸਟ ਦਿਨ ਹੈ ਕੱਲ੍ਹ ਨੂੰ ਆਪਣਾ। ਸੋ ਵੱਧ ਤੋਂ ਵੱਧ ਸੰਗਤਾਂ ਪਹੁੰਚਿਓ, ਗੁਰੂ ਜਸ ਸਰਵਣ ਕਰਿਓ, ਜੁੜਿਓ। ਕਿੱਡੇ ਹੌਸਲੇ ਉਹਨਾਂ ਬੱਚਿਆਂ ਦੇ, ਉਸ ਮਾਤਾ ਗੁਜਰ ਕੌਰ ਦੇ। ਅਮਾਈਆਂ ਵੀ ਉਸ ਗੁਜਰ ਕੌਰ ਦੀਆਂ ਵਾਰਸਾਂ ਆਪਣੇ ਬੱਚਿਆਂ ਨੂੰ ਗੁਰਸਿੱਖੀ ਵੱਲ ਲੈ ਕੇ ਆਓ, ਕੇਸ ਰੱਖੋ ਬੱਚਿਆਂ ਦੇ। ਅਸੀਂ ਹੀ ਬੇਨਤੀਆਂ ਕਰਦੇ ਹਾਂ। ਅੱਜ ਦੀ ਆਖਰੀ ਰਾਤ ਬੁਰਜ ਦੇ ਵਿੱਚ, ਠੰਡੇ ਬੁਰਜ ਦੇ ਵਿੱਚ ਕੱਟੀਏ ਤੇ ਮੋਤੀ ਰਾਮ ਮਹਿਰੇ ਨੇ ਅੱਜ ਰਾਤ ਆਖਰੀ ਰਾਤ ਸੇਵਾ ਕਰਨੀ ਹੈ। ਤੇ ਕੱਲ੍ਹ ਨੂੰ ਸਾਰੇ ਮਾਤਾ ਗੁਜਰ ਕੌਰ ਨੇ ਬੱਚਿਆਂ ਨੇ ਚੜ੍ਹਾਈ ਕਰ ਜਾਣਾ, ਉਹਦਾ ਹਾਲ ਕੱਲ੍ਹ ਦੇ ਵਿਚਾਰਾਂ ਦੇ ਵਿੱਚ ਆਓ, ਉਹਨਾਂ ਦੀਆਂ ਯਾਦਾਂ ਦੇ ਵਿੱਚ ਜੁੜ ਮਿਲ ਕੇ ਉਸ ਨਿਰੰਕਾਰ ਵਾਹਿਗੁਰੂ ਦੇ ਸਿਮਰਨ ਵਿੱਚ ਜੁੜਨਾ ਕਰੀਏ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸ਼ਲੋਕ ਪਾਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਦਿਵਸ ਰਾਤ ਧੋਏ ਦਾਈ ਦਾਇਆ ਖੇਲੈ ਸਗਲ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਕਰਮੀ ਆਪੋ ਆਪਣੀ ਕੀ ਨੇੜੈ ਕੀ ਜਿਨੀ ਨਾਮ ਧਿਆਇਆ ਗਈ ਮਸਕਤ ਨਾਨਕ ਤੇ ਮੁਖੋ ਜਲੇ ਕੀਤੀ ਛੁੱਟੀ ਜਿਨੀ ਨਾਮ ਧਿਆਇਆ ਗਏ ਮਸਕਤ ਨਾਨਕ ਤੇ ਮੁਖੋ ਜਲੇ ਕੀਤੀ ਛੁੱਟੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।